मित्र प्यारे हाल मुरीदादा कहना। गुरु नानक पद पंकज बंदन पद पंकज सिमरो अंगद दुख निकंद गुर अमरदास हृदय नित त्यागो हृदय। श्री गुरु रामदास गुण गा गुर अर्जन विघ्नन के नासक विघ्नन के हर गोविंद शुभ सुमत पर श्री हर राय नमो कर जोरी नमो कर श्री हर कृष्ण मनाऊं बहो गुर तेग बहादुर परम कृपाला जी परम कृपा। श्री गुरु गोविंद सिंह बेस तरो तरा पर पुन पुन सीसा जी पुन बंदों बार बार जगदीश एक ओंकार सतगुरु तेह पर
ਤੇ ਮੈਂ ਤੁਹਾਡੀ ਕੈਦ ਵਿੱਚ ਨਹੀਂ ਰਹਿਣਾ। ਇਸ ਪ੍ਰਕਾਰ ਉਹਨਾਂ ਨੇ ਲੋਹੇ ਦਾ ਜਿਹੜਾ ਪਿੰਜਰਾ ਸੀ, ਲੋਹੇ ਦੇ ਪਿੰਜਰੇ ਦੇ ਵਿੱਚ ਬੰਦਾ ਸਿੰਘ ਨੂੰ ਬੰਦ ਕਰ ਦਿੱਤਾ। ਔਰ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਜਿਹੜਾ ਸੇਵਕ ਸੀ ਰਾਜਾ ਸੁਧਾ ਸੈਨ, ਰਾਜਾ ਸੁਧਾ ਸੈਨ ਉਹਨੂੰ ਜਦੋਂ ਪਤਾ ਲੱਗਿਆ ਤੇ ਉਹ ਫੌਜਾਂ ਲੈ ਕੇ ਆ ਗਿਆ ਵੀ ਮੈਂ ਆਪਣੇ ਗੁਰੂ ਨੂੰ ਛੁਡਾਉਣਾ ਹੈ। ਪਰ ਬਾਬਾ ਬੰਦਾ ਸਿੰਘ ਬਹਾਦਰ ਸੋਚਣ ਲੱਗੇ ਵੀ ਜੇ ਮੈਨੂੰ ਸੁਧਾ ਸੈਨ ਨੇ ਛੁਡਾਇਆ, ਮੇਰੀ ਪੱਤ ਘਟ ਜਾਏਗੀ, ਇੱਜ਼ਤ ਘਟ ਜਾਏਗੀ। ਲੋਕਾਂ ਨੇ ਕਹਿਣਾ ਵੀ ਇਹਦੇ ਕੋਲ ਕਰਾਮਾਤ ਨਹੀਂ, ਰਾਜੇ ਸੁਧਾ ਸੈਨ ਨੇ ਇਹਨੂੰ ਛੁਡਵਾਇਆ ਹੈ। ਇਸ ਤਰ੍ਹਾਂ ਸਣੇ ਪਿੰਜਰੇ ਬੰਦਾ ਸਿੰਘ ਬਹਾਦਰ ਉੱਥੋਂ ਉੱਡੇ ਤੇ ਸਕੇਤ ਮੰਡੀ ਆ ਪਹੁੰਚੇ। ਰਾਜੇ ਸੁਧਾ ਸੈਨ ਨੂੰ ਪਤਾ ਲੱਗਿਆ, ਉਹ ਆਇਆ। ਉਹਨਾਂ ਨੇ ਆ ਕੇ ਜਿਹੜਾ ਪਿੰਜਰਾ ਸੀ ਤਾਲੇ ਤੜਵਾ ਕੇ ਤੇ ਉਹਦੇ ਵਿੱਚੋਂ ਬੰਦਾ ਸਿੰਘ ਨੂੰ ਬਾਹਰ ਕੱਢਿਆ। ਇੱਧਰ ਬੰਦਾ ਸਿੰਘ ਗ੍ਰਿਫਤਾਰ ਹੋਇਆ ਕੁੱਲੂ, ਤੇ ਉੱਧਰੋਂ ਤੁਰਕਾਂ ਨੇ ਹਮਲਾ ਕਰ ਦਿੱਤਾ ਸਿੰਘਾਂ ਤੇ। ਬੜੀ ਭੀੜ ਬਣ ਗਈ ਖਾਲਸੇ ਵਾਸਤੇ ਵੀ, ਕੁਝ ਇਲਾਕੇ ਉਹਨਾਂ ਨੂੰ ਛੱਡਣੇ ਵੀ ਪਏ। ਮੰਡੀ ਦੇ ਵਿੱਚ ਰਹਿੰਦਿਆਂ ਫਿਰ ਉਹਨਾਂ ਨੇ ਚੰਬੇ ਨੂੰ ਰੁੱਖ ਕੀਤਾ, ਚੰਬੇ ਦੇ ਇਲਾਕੇ ਵਿੱਚ ਚਲੇ ਗਏ। ਚੰਬੇ ਦਾ ਜਿਹੜਾ ਰਾਜਾ ਸੀ ਉਹਦੇ ਪਾਸ ਕੁਝ ਸਮਾਂ ਰਹੇ ਤੇ ਉਸ ਰਾਜੇ ਨੇ ਆਪਣੀਆਂ ਬੇਟੀਆਂ ਦੀ ਸ਼ਾਦੀ ਬੰਦਾ ਸਿੰਘ ਬਹਾਦਰ ਨਾਲ ਕੀਤੀ ਹੈ। ਸਭ ਤੋਂ ਵੱਡੀ ਗੱਲ, ਬੰਦਾ ਬਹਾਦਰ ਗੁਰੂ ਕਹਾਣ ਲੱਗ ਪਿਆ ਆਪਣੇ ਆਪ ਨੂੰ। ਹੁਣ ਇੱਧਰ ਪੰਜਾਬ ਦੇ ਲੋਕ ਫਰਿਆਦੀ ਹੋ ਕੇ ਦੱਖਣ ਵਿੱਚ ਬਹਾਦਰ ਸ਼ਾਹ ਦੇ ਕੋਲ ਪਹੁੰਚੇ, ਫਰਿਆਦਾਂ ਕਰਦੇ ਸਾਡੀ ਮਦਦ ਕਰੋ। ਬਹਾਦਰ ਸ਼ਾਹ ਵਾਸਤੇ ਬੜਾ ਕਠਿਨ ਸਮਾਂ ਬਣ ਗਿਆ। ਇੱਕ ਪਾਸਿਓਂ ਬੰਦਾ ਸਿੰਘ ਬਹਾਦਰ ਤੋਂ ਵੀ ਡਰਦਾ ਹੈ ਤੇ ਦੂਜੇ ਪਾਸੇ ਪ੍ਰਜਾ ਦੀ ਵੀ ਫਰਿਆਦ ਹੈ। ਹੁਣ ਮੁਸੀਬਤ ਦੀ ਘੜੀ ਆਣ ਪਹੁੰਚੀ ਹੈ ਬਹਾਦਰ ਸ਼ਾਹ ਵਾਸਤੇ। ਆਓ ਅਗਲਾ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਹਾਦਰ ਸ਼ਾਹ ਉਹਨੇ ਖਬਰ ਸੁਣੀ ਸੀ ਕਿ ਪਾਣੀਪਤ ਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਨਿਸ਼ਾਨ ਸਾਹਿਬ ਗੱਡਿਆ ਹੋਇਆ, ਤੇ ਉਹ ਨਿਸ਼ਾਨ ਸਾਹਿਬ ਜਿਹੜਾ ਉਥੋਂ ਕੋਈ ਹਿਲਾ ਨਹੀਂ ਸਕਦਾ, ਤੇ ਨਿਸ਼ਾਨ ਸਾਹਿਬ ਨੂੰ ਕੋਈ ਪਾਰ ਨਹੀਂ ਕਰ ਸਕਦਾ, ਉਹਨੂੰ ਕੋਈ ਪੁੱਟ ਨਹੀਂ ਸਕਦਾ। ਜੇ ਤੁਰਕਾਂ ਦੀ ਫੌਜ ਨਿਸ਼ਾਨ ਸਾਹਿਬ ਦੀ ਹੱਦਬੰਦੀ ਤੋਂ ਪਾਰ ਲੰਘਦੀ ਹੈ ਨਾ, ਆਪੇ ਹੀ ਮਰ ਜਾਂਦੇ ਨੇ, ਸਰੀਰ ਅਗਨ ਵਿੱਚ ਸੜਨ ਲੱਗ ਪੈਂਦੇ ਨੇ। ਇਸ ਤਰ੍ਹਾਂ ਇਹ ਖਬਰ ਜਿਹੜੀ ਬਹਾਦਰ ਸ਼ਾਹ ਦੇ ਕੰਨੀ ਪਈ ਹੈ। ਇਹੋ ਜਿਹੇ ਬਚਨ ਸੁਣ ਕੇ ਬਹਾਦਰ ਸ਼ਾਹ ਮਨ ਵਿੱਚ ਡਰਦਾ ਹੈ। ਪੰਜਾਬ ਦੇ ਵੱਲ ਉਹ ਮੂੰਹ ਨਹੀਂ ਕਰਦਾ, ਉਹਦਾ ਚਿੱਤ ਨਹੀਂ ਕਰਦਾ ਪੰਜਾਬ ਜਾਣ ਨੂੰ। ਜਿਹੜੇ ਪੰਜਾਬ ਤੋਂ ਗਏ ਹੋਏ ਫਰਿਆਦੀ ਸਨ, ਉਹਨਾਂ ਵਿੱਚ ਇੱਕ ਸੂਬਾ ਸਰਹੰਦ ਵਜ਼ੀਰ ਖਾਨ ਦਾ ਲੜਕਾ ਵੀ ਸੀ। ਉਹਨੇ ਵੀ ਜਾ ਕੇ ਬੜੀਆਂ ਪੁਕਾਰਾਂ ਕੀਤੀਆਂ ਹਨ। ਔਰ ਵੀ ਲੋਕ ਸਨ ਜਿਹੜੇ ਫਰਿਆਦ ਕਰ ਰਹੇ ਸਨ, ਪਰ ਬਹਾਦਰ ਸ਼ਾਹ ਉਹਨਾਂ ਦੀ ਸਹਾਇਤਾ ਨਹੀਂ ਕਰਦਾ। ਉਹ ਜਦੋਂ ਵੀ ਕੋਈ ਗੱਲ ਕਰਦੇ ਸੀ ਉਹਨਾਂ ਦੀ ਗੱਲ ਟਾਲ ਦਿੰਦਾ ਸੀ, ਸਮਝਾਉਂਦਾ ਸੀਗਾ, ਪਰ ਜਿਹੜੇ ਫਰਿਆਦ ਕਰਨ ਵਾਲੇ ਉਹ ਕਿੱਥੇ ਸਮਝਦੇ ਸਨ। ਇਸ ਤੋਂ ਇਲਾਵਾ ਜਿਹੜੇ ਵਜ਼ੀਰ, ਮੰਤਰੀ, ਸੰਤਰੀ ਆਦਿਕ ਸਨ,
ਉਹ ਵੀ ਗੱਲ ਜਿਹੜੀ ਹੈ ਨਾ ਉਹ ਟਾਲਦੇ ਸਨ, ਤੇ ਉਹ ਮਨ ਵਿੱਚ ਸੋਚਦੇ ਸਨ ਵੀ ਮਾਤਾ ਕਿਤੇ ਬਾਦਸ਼ਾਹ ਮੈਨੂੰ ਨਾ ਭੇਜ ਦੇ। ਉਹ ਵੀ ਡਰਦੇ ਸਨ, ਵਜ਼ੀਰ ਵੀ ਡਰਦੇ ਸਨ, ਉਹ ਤਾਂ ਗੱਲ ਹੀ ਨਹੀਂ ਸੀ ਛੇੜਦੇ। ਜੇ ਕਿਤੇ ਗੱਲ ਵੀ ਹੁੰਦੀ ਸੀ ਤੇ ਉਹ ਗੱਲ ਟਾਲ ਦਿੰਦੇ ਸਨ ਵੀ ਕਿਤੇ ਬਾਦਸ਼ਾਹ ਮੇਰੀ ਡਿਊਟੀ ਨਾ ਲਾ ਦੇ ਵੀ ਤੂੰ ਪੰਜਾਬ ਦੇ ਵਿੱਚ ਚਲਾ ਜਾ। ਹਰ ਕਿਸੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਤੋਂ ਬੜਾ ਭੈ ਹੈ। ਸਾਧ ਸੰਗਤ ਜੀ ਜਿਤਨੇ ਵੀ ਮਲੇਸ਼ ਸਨ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਬੰਦਾ ਸਿੰਘ ਬਹਾਦਰ ਤੋਂ ਖੌਫ ਖਾਂਦੇ ਹਨ। ਜਿਹੜਾ ਵਜ਼ੀਰ ਸੀਗਾ ਬਹਾਦਰ ਸ਼ਾਹ ਦਾ, ਉਹ ਕਹਿੰਦਾ ਵੀ ਜੇ ਮੈਂ ਕੋਈ ਗੱਲ ਬਾਦਸ਼ਾਹ ਨੂੰ ਕਹਾਂਗਾ ਕਿਤੇ ਇਹ ਨਾ ਹੋਵੇ ਕਿ ਬਹਾਦਰ ਸ਼ਾਹ ਆਖੇ ਵੀ ਫੌਜਾਂ ਲੈ ਕੇ ਤੂੰ ਪੰਜਾਬ ਚਲਾ ਜਾ। ਵਜ਼ੀਰ ਵੀ ਡਰਦਾ ਸੀ, ਇਸ ਕਰਕੇ ਉਹ ਵੀ ਡਰਦਾ ਗੱਲ ਨਹੀਂ ਕਰਦਾ। ਜਿਹੜੇ ਫੌਜਦਾਰ ਸਨ ਹੁਣ ਉਹ ਫੌਜਦਾਰੀ ਨਹੀਂ ਕਰਦੇ, ਉਹਨਾਂ ਨੇ ਫੌਜ ਦੀ ਕਮਾਂਡ ਛੱਡ ਦਿੱਤੀ ਹੈ। ਜਿਹੜੇ ਪਿੰਡਾਂ ਵਿੱਚ ਹਾਕਮ ਚੌਧਰੀ ਘੜਮ ਰਹਿੰਦੇ ਸਨ ਤੇ ਉਹ ਵੀ ਹੁਣ ਪਹਿਲਾਂ ਤਾਂ ਜਾਗਦੇ ਰਹਿੰਦੇ ਸਨ। ਜਿਹੜੇ ਆਪਣੇ ਆਪ ਨੂੰ ਘੜਮ ਚੌਧਰੀ ਅਖਵਾਉਂਦੇ ਸਨ ਉਹ ਪਹਿਲਾਂ ਪਿੰਡਾਂ ਵਿੱਚ ਜਾਗਦੇ ਰਹਿੰਦੇ ਸਨ ਬੜੀ ਮੁਸਤਾਦੀ ਦੇ ਨਾਲ ਵੀ ਕੋਈ ਚੋਰ ਨਾ ਆ ਜਾਏ, ਡਾਕੂ ਨਾ ਆ ਜਾਏ। ਪਰ ਹੁਣ ਉਹ ਸੁੱਤੇ ਰਹਿੰਦੇ, ਘਰਾਂ 'ਚੋਂ ਬਾਹਰ ਨਹੀਂ ਨਿਕਲਦੇ ਵੀ ਕਿਤੇ ਇਹ ਨਾ ਹੋਵੇ ਵੀ ਬਾਦਸ਼ਾਹ ਸਾਨੂੰ ਕਹੇ ਵੀ ਤੁਸੀਂ ਜਾਵੋ। ਤੇ ਵਜ਼ੀਰ ਜਿਹੜੇ ਨੇ ਆਪਣੀ ਕਚਹਿਰੀ ਨਹੀਂ ਲਾਉਂਦੇ। ਮਤਾ ਕਿਤੇ ਨਾ ਹੋਵੇ ਵੀ ਬਹਾਦਰ ਸ਼ਾਹ ਆਖੇ ਵੀ ਤੁਸੀਂ ਪੰਜਾਬ ਚਲੇ ਜਾਓ। ਹਰ ਕੋਈ ਇਹੀ ਕਹਿੰਦਾ ਵੀ ਬੰਦਾ ਸਿੰਘ ਬਹਾਦਰ ਜਾਣ ਹੀ ਜਾਣ, ਭਾਵ ਉਹ ਅੰਤਰਜਾਮੀ ਹੈ ਵੀ ਦੂਜੇ ਦੇ ਅੰਦਰ ਦੀ ਗੱਲ ਸਮਝ ਲੈਂਦਾ, ਬੁੱਝ ਲੈਂਦਾ ਹੈ। ਜੇ ਅਸੀਂ ਉਹਦਾ ਬੁਰਾ ਵੀ ਚਿਤਿਆ ਨਾ ਇੱਥੇ ਬੈਠੇ ਆ ਵੀ ਬਹਾਦਰ ਸ਼ਾਹ, ਉਹਦੇ ਵਜ਼ੀਰ, ਮੰਤਰੀ, ਚੌਧਰੀ, ਹਾਕਮ, ਸੂਬੇਦਾਰ ਇਹ ਸੋਚਦੇ ਨੇ ਵੀ ਜੇ ਅਸੀਂ ਇੱਥੇ ਬੈਠਿਆਂ ਬੰਦਾ ਸਿੰਘ ਬਹਾਦਰ ਦਾ ਬੁਰਾ ਸੋਚਿਆ ਨਾ, ਉਹ ਇੱਥੇ ਆ ਕੇ ਸਾਨੂੰ ਮਾਰ ਦੇਵੇਗਾ। ਹੁਣ ਉਹਨਾਂ ਲੋਕਾਂ ਨੇ ਕੀ ਕੀਤਾ, ਜਿਹੜੇ ਫਰਿਆਦੀ ਸਨ ਉਹਨਾਂ ਨੇ ਨਾ ਕਾਲੇ ਰੰਗ ਦੇ ਕੱਪੜੇ ਲੈ ਲਏ ਤੇ ਉਹਨਾਂ ਨੂੰ ਟੰਗ ਲਿਆ ਉੱਚੀ ਕਰਕੇ, ਤੇ ਦਿਨੇ ਮਸ਼ਾਲਾਂ ਜਗਾ ਦਿੱਤੀਆਂ। ਮਸ਼ਾਲਾਂ ਜਿਹੜੀਆਂ ਸਨ ਉਹ ਰਾਤ ਵੇਲੇ ਚਾਨਣ ਕਰਨ ਵਾਸਤੇ ਲੋਕ ਜਗਾਉਂਦੇ ਸਨ, ਉਹਨਾਂ ਨੇ ਦਿਨੇ ਜਗਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਅੱਜ ਕੱਲ੍ਹ ਮੁਜ਼ਾਹਰਾ ਹੁੰਦਾ ਨਾ, ਧਰਨਾ ਦਿੰਦੇ ਨੇ ਲੋਕ, ਤੇ ਉਦੋਂ ਵੀ ਲੋਕ ਮੁਜ਼ਾਹਰਾ ਕਰਦੇ ਸਨ। ਹੁਣ ਉਹਨਾਂ ਨੇ ਮੁਜ਼ਾਹਰਾ ਕਰਨਾ ਸ਼ੁਰੂ ਕਰ ਦਿੱਤਾ, ਕੱਪੜੇ ਟੰਗ ਲਏ ਉੱਚੀ ਉੱਚੀ, ਤੇ ਇਸੇ ਪ੍ਰਕਾਰ ਨਾਲ ਉਹਨਾਂ ਨੇ ਦਿਨੇ ਮਸ਼ਾਲਾਂ ਜਗਾ ਲਈਆਂ ਹਨ। ਬੜਾ ਰੋਸ ਮੁਜ਼ਾਹਰਾ ਕਰਦੇ ਨੇ, ਪਰ ਬਹਾਦਰ ਸ਼ਾਹ ਉਹਨਾਂ ਦੀ ਗੱਲ ਨਹੀਂ ਸੁਣਦਾ। ਉਹਨੇ ਸਿਰ ਨੀਵਾਂ ਕਰ ਲਿਆ ਤੇ ਬੈਠਾ ਜ਼ਮੀਨ ਹੀ ਖੁਰਚੀ ਜਾਂਦਾ ਆ, ਕਿਉਂਕਿ ਸੋਚਣੀ ਵਿੱਚ ਇਹ ਸੋਚਦਾ ਵੀ ਕੀ ਕਰਾਂ ਤੇ ਕੀ ਨਾ ਕਰਾਂ। ਲੋਕ ਵੀ ਵਿਦਰੋਹ ਤੇ ਉਤਰ ਆਏ ਹਨ। ਜਿਹੜੇ ਮੁੱਲਾਂ ਤੇ ਕਾਜੀ ਸਨ ਉਹਨਾਂ ਨੇ ਕੀ ਕੀਤਾ ਵੀ ਆਪਣੇ ਨਾਲ ਜਿਹੜੇ ਹਾਜੀ ਤੇ ਪੀਰ ਲੋਕ ਸਨ ਉਹਨਾਂ ਨੂੰ ਇਕੱਠਾ ਕਰ ਲਿਆ ਹੈ। ਉਹਨਾਂ ਨੇ ਨਾ ਰੌਲਾ ਮਚਾ ਦਿੱਤਾ ਤੇ ਕਹਿਣ ਲੱਗ ਪਏ, ਹੇ ਬਾਦਸ਼ਾਹ ਤੂੰ ਕਾਫਰ ਬਣ ਗਿਆ। ਕਾਫਰ ਜਿਵੇਂ ਆਪਣੇ 4 ਬੱਜਰ ਕਰੈਤਾਂ ਨੇ ਨਾ ਸਿੱਖ ਪੰਥ ਦੇ ਵਿੱਚ, ਮੁਸਲਮਾਨਾਂ ਦੇ ਵਿੱਚ ਵੀ 4 ਬੱਜਰ ਕਰੈਤਾਂ ਹੁੰਦੀਆਂ ਨੇ। ਇੱਕ ਜਿਵੇਂ ਕਬਰ ਨੂੰ ਪੂਜਣਾ, ਆ ਪੀਰਾਂ ਦੀ ਲੋਕ ਕਬਰ ਪੂਜਦੇ ਨਾ, ਇਸਲਾਮ ਵਿੱਚ ਉਹ ਬੱਜਰ ਕਰੈਤ ਮੰਨੀ ਜਾਂਦੀ ਹੈ। ਤੇ ਇੱਕ ਹੁੰਦੇ ਨੇ ਜਿਨ੍ਹਾਂ ਨੂੰ ਕਾਫਰ ਕਹਿੰਦੇ ਨੇ, ਰੱਬ ਨੂੰ ਨਾ ਮੰਨਣ ਵਾਲੇ ਨੂੰ ਕਾਫਰ ਕਹਿੰਦੇ ਨੇ, ਜਿਹੜਾ ਰੱਬ ਨੂੰ ਨਾ ਮੰਨੇ। ਤੇ ਜ਼ਿਆਦਾਤਰ ਜਿਹੜੇ ਮਲੇਸ਼ ਸਨ ਉਹ ਹਿੰਦੂਆਂ ਨੂੰ, ਹੋਰ ਧਰਮਾਂ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਕਾਫਰ ਕਹਿੰਦੇ ਸਨ ਵੀ ਇਹ ਰੱਬ ਨੂੰ ਨਹੀਂ ਮੰਨਦੇ। ਉਹ ਇਹ ਦਾਅਵਾ ਕਰਦੇ ਸਨ ਵੀ ਅਸਾਂ ਰੱਬ ਨੂੰ ਮੰਨਦੇ ਹਾਂ। ਦਾਅਵਾ ਧਾਰ ਕੋਈ ਕਰਦਾ ਨਾ ਵੀ ਅਸਾਂ ਰੱਬ ਨੂੰ ਮੰਨਦੇ ਹਾਂ। ਇਸ ਕਰਕੇ ਰੱਬ ਨੂੰ ਨਾ ਮੰਨਣਾ ਇੱਕ ਬੱਜਰ ਕੁਰੈਤ ਹੈ ਇਸਲਾਮ ਵਿੱਚ। ਜਿਹੜਾ ਨਾ ਮੰਨੇ ਉਹਨੂੰ ਕਾਫਰ ਕਹਿੰਦੇ ਨੇ। ਕਾਜੀ ਮਲਾਣੇ, ਹਾਜੀ ਆਦਿਕ ਸਾਰੇ ਇਕੱਠੇ ਹੋ ਕਰਕੇ ਇਹ ਕਹਿਣ ਲੱਗੇ, ਹੇ ਬਾਦਸ਼ਾਹ ਤੂੰ ਕਾਫਰ ਬਣ ਗਿਆ, ਮੁਹੰਮਦ ਨੂੰ ਭੁਲਾ ਦਿੱਤਾ ਹੈ, ਉਹਨ ਰੋਲੋ ਦਿਓ ਮਚਾਏ। ਉਹਨਾਂ ਨੇ ਇਸ ਤਰ੍ਹਾਂ ਇਕੱਠੇ ਹੋ ਕਰਕੇ ਰੌਲਾ ਪਾ ਦਿੱਤਾ ਹੈ।
ਕੋਈ ਆਖਣ ਲੱਗਾ ਬਹਾਦਰ ਸ਼ਾਹ ਤੂੰ ਆਪਣਾ ਧਰਮ ਜਿਹੜਾ ਨਸ਼ਟ ਕਰ ਦਿੱਤਾ ਹੈ। ਜਿਹੜੀ ਪੈਗੰਬਰ ਮੁਹੰਮਦ ਸਾਹਿਬ ਦੀ ਉਮਤ ਹੈ ਨਾ, ਇਉਂ ਜਾਪਦਾ ਵੀ ਜਿਵੇਂ ਉਹਨਾਂ ਦੀ ਉਮਤ ਦੇ ਵਿੱਚ ਤੂੰ ਆਇਆ ਨਹੀਂ। ਜਿਸ ਦਿਨ ਖੁਦਾ ਦੇ ਘਰ ਦੇ ਵਿੱਚ ਜਾਏਗਾ ਨਾ ਤੇ ਮੁਹੰਮਦ ਸਾਹਿਬ ਤੇਰੀ ਸ਼ਫਾਤ ਨਹੀਂ ਭਰਨਗੇ। ਸ਼ਫਾਤ ਦਾ ਭਾਵ ਹੈ ਵੀ ਉਹ ਸਿਫਾਰਿਸ਼ ਨਹੀਂ ਕਰਨਗੇ, ਤੇਰੀ ਗਵਾਹੀ ਨਹੀਂ ਭਰਨਗੇ। ਤੇਰੀ ਜਾਤ ਤੇਰਾ ਖਾਨਦਾਨ ਜਿਹੜਾ ਨਾ ਸਾਰਾ ਨਰਕਾਂ ਦੇ ਵਿੱਚ ਜਾ ਕੇ ਡਿੱਗੇਗਾ, ਦੋਜ਼ਖ ਵਿੱਚ ਜਾ ਕੇ ਡਿੱਗੇਗਾ। ਕੀ ਤੈਨੂੰ ਹਿੰਦੂਆਂ ਨੇ ਮੁੱਲ ਖਰੀਦ ਲਿਆ ਹੈ? ਜਿੰਨਾ ਭੈ ਤੂੰ ਉਹਨਾਂ ਤੋਂ ਖਾ ਰਹੇ ਹੈ, ਕੀ ਤੈਨੂੰ ਹਿੰਦੂਆਂ ਨੇ ਮੁੱਲ ਖਰੀਦ ਲਿਆ ਹੈ? ਕੀ ਉਹਨਾਂ ਨੇ ਪਾਤਸ਼ਾਹੀ ਤੈਨੂੰ ਆਪਣੇ ਲੜ ਤੋਂ ਖੋਲ ਕੇ ਦਿੱਤੀ ਹੈ? ਲੜ ਤੋਂ ਖੋਲਣ ਦਾ ਭਾਵ ਹੀ ਜਿਵੇਂ ਕੋਈ ਚੀਜ਼ ਬੰਨੀ ਹੁੰਦੀ ਹੈ ਨਾ, ਪੁਰਾਣੇ ਸਮਿਆਂ ਵਿੱਚ ਲੋਕ ਗਲ ਦੇ ਵਿੱਚ ਜਿਵੇਂ ਆਪਾਂ ਹਜੂਰੀਆ ਰੱਖਦੇ ਆ, ਇੱਦਾਂ ਉਹ ਪਰਨਾ ਸਾਫਾ ਆਦਿਕ ਰੱਖਦੇ ਸਨ, ਕੋਈ ਚੀਜ਼ਾਂ ਬੰਨ੍ਹ ਲੈਂਦੇ ਸਨ ਉਹਦੇ ਵਿੱਚ, ਤੇ ਜੇ ਕਿਸੇ ਨੂੰ ਲੋੜ ਹੁੰਦੀ ਤੇ ਖੋਲ ਕੇ ਦੇ ਦੇਣੀ। ਤੇ ਉਹ ਹਾਜੀ ਆਦਿਕ ਕਹਿਣ ਲੱਗੇ ਕੀ ਤੈਨੂੰ ਇਹਨਾਂ ਨੇ, ਹਿੰਦੂਆਂ ਨੇ, ਉਹ ਗੁਰੂ ਸਾਹਿਬ ਨੂੰ ਹਿੰਦੂ ਕਹਿੰਦੇ ਸਨ, ਇਹ ਸ਼ਬਦ ਵਰਤਦੇ ਸਨ, ਜਾਂ ਸਿੱਖਾਂ ਨੂੰ ਹਿੰਦੂ ਕਹਿ ਦੇਣਾ। ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹਨਾਂ ਦੀ ਗੱਲ ਕਰਦਾ, ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੂੰ ਤਾਂ ਪਤਾ ਵੀ ਖਾਲਸਾ ਪੰਥ ਹੈ, ਇਹ ਤੀਸਰਾ ਪੰਥ ਪ੍ਰਗਟ ਹੋਇਆ ਸੰਸਾਰ ਵਿੱਚ। ਪਰ ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹ ਹਿੰਦੂ ਸ਼ਬਦ ਵਰਤ ਲੈਂਦੇ ਸਨ। ਉਹ ਕਹਿੰਦੇ ਸਨ ਵੀ ਕੀ ਤੁਹਾਨੂੰ ਪਾਤਸ਼ਾਹੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਨੇ ਆਪਣੇ ਲੜ ਤੋਂ ਖੋਲ ਕੇ ਦਿੱਤੀ ਹੈ? ਕੀ ਉਹਨਾਂ ਨੇ ਤੈਨੂੰ ਮੁੱਲ ਖਰੀਦ ਲਿਆ? ਤੂੰ ਇੰਨਾ ਭੈ ਇੰਨਾ ਡਰ ਉਹਨਾਂ ਦਾ ਖਾਂਦਾ ਹੈ। ਮੌਲਾਣੇ ਕਹਿਣ ਲੱਗੇ ਜਿਹੜੀ ਪਾਤਸ਼ਾਹੀ ਹੈ ਨਾ ਤੈਨੂੰ ਸਾਡੇ ਪੈਗੰਬਰ ਮੁਹੰਮਦ ਸਾਹਿਬ ਨੇ ਦਿੱਤੀ ਹੈ, ਪਰ ਤੇਰੇ ਮਨ ਦੇ ਵਿੱਚ ਇਹ ਹੈ ਵੀ ਮੈਨੂੰ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਹੈ। ਦੇਣ ਵਾਲਾ ਤੈਨੂੰ ਪਾਤਸ਼ਾਹੀ ਮੁਹੰਮਦ ਹੈ, ਪਰ ਤੇਰਾ ਵਿਸ਼ਵਾਸ ਤੇਰਾ ਭਰੋਸਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਹੈ। ਇਸ ਕਰਕੇ ਸੋ ਲਿਖ ਗਇਓ ਪਛਾਨੀ ਤੁਮਾਰੈ। ਪੈਗੰਬਰ ਮੁਹੰਮਦ ਸਾਹਿਬ ਇਹ ਜਿਹੜੀ ਗੱਦੀ ਇਹ ਪਾਤਸ਼ਾਹੀ ਨਾ ਤੇਰੇ ਪਿਤਾ ਤੋਂ ਬਾਅਦ ਤੇਰੇ ਭਾਗਾਂ ਵਿੱਚ ਉਹ ਲਿਖ ਕੇ ਗਏ ਨੇ ਵੀ ਤੈਨੂੰ ਪ੍ਰਾਪਤ ਹੋਣੀ ਹੈ। ਪਰ ਉਹਨਾਂ ਮੂਰਖਾਂ ਨੂੰ ਕੌਣ ਸਮਝਾਏ ਵੀ ਤਾਰਾ ਆਜਮ ਨੇ ਤਾਂ ਖੋਈ ਲਈ ਸੀ ਨਾ ਪਾਤਸ਼ਾਹੀ, ਔਰੰਗਜ਼ੇਬ ਮਰਿਆ ਤੇ ਤਾਰਾ ਆਜ਼ਮ ਉਹ ਦਾਅਵੇਦਾਰ ਸੀ ਪਾਤਸ਼ਾਹੀ ਦਾ, ਤੇ ਬਹਾਦਰ ਸ਼ਾਹ ਜਿਹੜਾ ਸੀ ਇਹ ਭੱਜ ਕੇ ਆ ਗਿਆ, ਪਾਤਸ਼ਾਹੀ ਇਹਨੂੰ ਮਿਲੀ ਨਹੀਂ, ਡਰਦਾ ਸੀ ਭਰਾ ਤੋਂ। ਦਸਵੇਂ ਪਾਤਸ਼ਾਹ ਜੀ ਕਹਿਣ ਲੱਗੇ ਸੂਰਮਾ ਬਣ, ਯੋਧਾ ਬਣ, ਜੰਗ ਕਰ। ਕਹਿੰਦਾ ਮਹਾਰਾਜ ਮੇਰੇ ਤਾਂ ਪੱਲੇ ਕੁਝ ਨਹੀਂ, ਸਤਿਗੁਰੂ ਕਹਿੰਦੇ ਤੇਰੀ ਮਦਦ ਕਰਾਂਗੇ। ਇੱਕ ਵਾਰ ਮੈਦਾਨੇ ਜੰਗ ਵਿੱਚ ਜਾ ਕੇ ਲੜਦਾ ਸੀ, ਅਸੀਂ ਆਵਾਂਗੇ ਆਪਣੇ ਸਿੰਘ ਭੇਜਾਂਗੇ। ਜਦੋਂ ਜੰਗ ਸ਼ੁਰੂ ਹੋਇਆ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਮਦਦ ਕੀਤੀ ਤੇ ਤਾਰਾ ਆਜਮ ਮਾਰਿਆ ਜੰਗ ਦੇ ਵਿੱਚ ਤੇ ਬਹਾਦਰ ਸ਼ਾਹ ਨੂੰ ਰਾਜ ਦਿੱਤਾ। ਹਾਜੀ ਮੌਲਾਣੇ ਕਹਿੰਦੇ ਨੇ ਕਿ ਮੁਹੰਮਦ ਸਾਹਿਬ ਲਿਖ ਕੇ ਗਏ ਸੀ ਤੇਰੇ ਪਿਤਾ ਤੋਂ ਬਾਅਦ ਤੈਨੂੰ ਰਾਜ ਮਿਲਣਾ ਹੈ, ਪਰ ਉਹਨਾਂ ਮੂਰਖਾਂ ਨੂੰ ਕੌਣ ਸਮਝਾਏ ਕਿ ਇਹਨਾਂ ਨੂੰ ਰਾਜ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਹਨ। ਆਖਣ ਲੱਗੇ ਕਿ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਇੰਨਾ ਭੈ ਖਾਨਾ ਕਿ ਰਾਜ ਉਹਨਾਂ ਨੇ ਦਿੱਤਾ। ਕੀ ਸਾਡੇ ਪੀਰ ਤੈਨੂੰ ਰਾਜ ਦੇਣ ਦੇ ਲਾਇਕ ਨਹੀਂ ਸਨ ਜਿਨ੍ਹਾਂ ਦੀ ਤੂੰ ਪਰਵਾਹ ਨਹੀਂ ਕਰਦਾ? ਤੂੰ ਨਾ ਸਾਡੇ ਪੀਰਾਂ ਦੀ ਇੱਜ਼ਤ ਗਵਾ ਦਿੱਤੀ ਹੈ, ਤੂੰ ਹਿੰਦੂਆਂ ਨੂੰ ਮੰਨਣ ਲੱਗ ਪਿਆ ਹੈ। ਤੂੰ ਬਾਰ-ਬਾਰ ਇਹੀ ਗੱਲ ਕਹਿਣਾ ਕਿ ਤੈਨੂੰ ਬਾਦਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਹੈ, ਮੈਂ ਉਹਨਾਂ ਕੋਲੋਂ ਰਾਜ ਪ੍ਰਾਪਤ ਕੀਤਾ ਹੈ। ਮਨ ਵਿੱਚ ਵਿਚਾਰ ਕੀ ਸਾਡੇ ਪੀਰ ਤੈਨੂੰ ਪਾਤਸ਼ਾਹੀ ਦੇਣ ਦੇ ਯੋਗ ਨਹੀਂ ਹਨ। ਹੱਥ ਦੇ ਵਿੱਚ ਨਾ ਛੁਰੀਆਂ ਲੈ ਕੇ ਤੇ ਰਾਹ ਵਿੱਚ ਖਲੋ ਜਾਂਦੇ ਨੇ ਵੀ ਜਦੋਂ ਬਹਾਦਰ ਸ਼ਾਹ ਦੀ ਸਵਾਰੀ ਲੰਘੇਗੀ ਨਾ ਉਹਦਾ ਰਾਹ ਅਸੀਂ ਰੋਕ ਲਵਾਂਗੇ। ਜਦੋਂ ਬਾਦਸ਼ਾਹ ਲੰਘੇਗਾ ਨਾ ਅਸੀਂ ਛੁਰੀ ਲੈ ਕੇ ਨਾ ਉਹਦੀ ਛਾਤੀ 'ਚ ਮਾਰ ਦਿਆਂਗੇ, ਬਹਾਦਰ ਸ਼ਾਹ ਦਾ ਕਤਲ ਕਰ ਦਿਆਂਗੇ। ਲੋਕ ਇਸ ਤਰ੍ਹਾਂ ਵਿਦਰੋਹ ਦੇ ਲਈ ਉਤਰ ਆਏ ਹਨ। ਕਹਿੰਦੇ ਹਨ ਕਿ ਹੇ ਬਹਾਦਰ ਸ਼ਾਹ ਤੇਰੀ ਨਿੰਦਿਆ ਮੱਕੇ ਤਾਈਂ ਹੋ ਰਹੀ, ਲੋਕ ਤੈਨੂੰ ਬੁਰਾ ਭਲਾ ਕਹਿ ਰਹੇ ਹਨ।
ਇਸੇ ਪ੍ਰਕਾਰ ਕਿ ਜਿਹੜਾ ਪੈਗੰਬਰ ਹੈ ਉਹ ਤੈਨੂੰ ਕਦੇ ਵੀ ਮਾਫ ਨਹੀਂ ਕਰੇਗਾ। ਸਫਾਤ ਭਰੂਤ ਹੈ ਪੈਗੰਬਰ ਨਾਹੀ। ਮੁਹੰਮਦ ਸਾਹਿਬ ਤੇਰੀ ਸ਼ਫਾਤ ਨਹੀਂ ਭਰਨਗੇ, ਤੇਰੀ ਸਿਫਾਰਿਸ਼ ਨਹੀਂ ਕਰਨਗੇ, ਕਦੇ ਤੇਰੀ ਗਵਾਹੀ ਨਹੀਂ ਭਰਨਗੇ ਦਰਗਾਹ ਵਿੱਚ ਜਾ ਕੇ। ਹੁਣ ਕਈ ਝੂਠ ਮਾਰਨ ਵਾਲੇ ਵੀ ਹੁੰਦੇ ਨੇ, ਇਹੋ ਜਿਹਾ ਮਸਲਾ ਚੱਲਦਾ ਹੋਵੇ ਨਾ ਤੇ ਗੱਲਾਂ ਬਣਾਉਣ ਵਾਲੇ ਵੀ ਬੜੇ ਹੁੰਦੇ ਨੇ। ਉਹਨਾਂ ਦੇ ਵਿੱਚ ਕੋਈ ਵਿਚਾਰਾ ਇੱਕ ਫਿਰਦਾ ਪਿਆ ਸੀ, ਉਹ ਆਖਣ ਲੱਗਾ ਜੀ ਮੈਂ ਨਾ ਮੱਕੇ ਤੋਂ ਆਇਆ ਹਾਂ ਤੇ ਮੈਂ ਕਾਬੇ ਦੇ ਵਿੱਚ ਨਾ ਇਹ ਜਿਹੜਾ ਜ਼ਿਕਰ ਸੁਣਿਆ ਹੈ ਕਿ ਹਿੰਦੂਆਂ ਨੇ ਬਹਾਦਰ ਸ਼ਾਹ ਨੂੰ ਭਰਮਾ ਲਿਆ ਵੀ ਅਸੀਂ ਇਹ ਗੱਲ ਮੱਕੇ ਤੋਂ ਸੁਣੀ ਹੈ। ਉਹਨੇ ਰਾਜ ਭਾਗ ਦੀ ਖਾਤਰ ਨਾ ਆਪਣਾ ਦੀਨ ਆਪਣਾ ਧਰਮ ਗਵਾ ਲਿਆ ਹੈ। ਬਹਾਦਰ ਸ਼ਾਹ ਇਹ ਕਹਿੰਦਾ ਹੈ ਕਿ ਮੈਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਤੋਂ ਪ੍ਰਾਪਤ ਕੀਤੀ ਹੈ। ਉਹਨੇ ਨਾ ਆਪਣੇ ਪੈਗੰਬਰ ਦੀ ਇੱਜ਼ਤ ਘਟਾ ਦਿੱਤੀ ਹੈ, ਉਹਨੇ ਆਪਣੇ ਪੈਗੰਬਰ ਦੀ ਇੱਜ਼ਤ ਪੱਤ ਘਟਾ ਦਿੱਤੀ ਹੈ। ਕਿਉਂ? ਕਿਉਂਕਿ ਰਾਜ ਤਾਂ ਸਾਡੇ ਪੈਗੰਬਰ ਨੇ ਦਿੱਤਾ, ਪਰ ਉਹ ਕਹਿੰਦਾ ਵੀ ਮੈਨੂੰ ਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ, ਤੇ ਇਸ ਤਰ੍ਹਾਂ ਸਾਡਾ ਪੈਗੰਬਰ ਛੋਟਾ ਇਹਨੇ ਕਰ ਦਿੱਤਾ ਹੈ। ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕਹਿ ਕੇ ਨਾ ਬਹਾਦਰ ਸ਼ਾਹ ਦਾ ਮਨ ਜਿਹੜਾ ਭਰਮਾ ਲਿਆ ਹੈ। ਬਾਰ-ਬਾਰ ਬੜੀਆਂ ਦਲੀਲਾਂ ਦੇ ਕੇ ਉਦਾਹਰਨਾਂ ਦੇ ਕੇ ਬਹਾਦਰ ਸ਼ਾਹ ਨੂੰ ਸਮਝਾ ਲਿਆ ਹੈ। ਕਾਜੀ ਮੁਲਾਣਿਆਂ ਨੇ ਖੌਫ ਦੇ ਬੜੇ ਮਿਹਣੇ ਦਿੱਤੇ। ਵੈਸੇ ਇੱਕ ਛੋਟੀ ਜਿਹੀ ਉਦਾਹਰਨ ਮੈਂ ਦੇ ਦਿਆਂ, ਮੇਰਾ ਵਿਸ਼ਾ ਤਾਂ ਨਹੀਂ। ਕਈ ਲੋਕ ਨਾ ਸੁਣੇ ਨੇ, ਆ ਜੀ ਮੰਦਰ ਵਿੱਚ ਜਾਓ, ਗੁਰਦੁਆਰੇ ਜਾਓ ਤੇ ਡਰ ਬੜਾ ਦਿੰਦੇ ਨੇ, ਬੜਾ ਡਰ ਦਿੰਦੇ ਨੇ ਕਿ ਵੀ ਰੱਬ ਦਾ ਨਾਮ ਜਪੋ ਨਹੀਂ ਤਾਂ ਮਾਰ ਪਏਗੀ ਦਰਗਾਹ ਵਿੱਚ ਜਾ ਕੇ, ਵੀ ਡਰਾਉਂਦੇ ਬੜਾ ਨੇ। ਕੁਛ ਨਹੀਂ ਹੋਣਾ ਕਹਿੰਦੇ। ਕਹਿੰਦੇ ਧਰਮ ਡਰਾਉਂਦਾ ਥੋੜ੍ਹਾ ਹੈ, ਧਰਮ ਜਿਹੜਾ ਉਹ ਡਰਾਉਂਦਾ ਥੋੜ੍ਹਾ ਹੈ। ਤੇ ਤੁਹਾਨੂੰ ਕਹਿਣਗੇ ਜੀ ਅੱਗੇ ਤੁਹਾਡੇ ਨਾਲ ਇਹ ਹੋਵੇਗਾ, ਅੱਗੇ ਤੁਹਾਡੇ ਨਾਲ ਇਹ ਹੋ ਜਾਏਗਾ, ਇਸ ਤਰ੍ਹਾਂ ਡਰਾਉਂਦੇ ਨੇ। ਮਨੁੱਖ ਸਮਝਦਾ ਕਦੋਂ ਹੈ? ਜਦੋਂ ਭੈ ਖਾਂਦਾ ਹੈ। ਬਿਨਾਂ ਭੈ ਤੋਂ ਮਨੁੱਖ ਕਦੇ ਸਮਝਦਾ ਨਹੀਂ। ਇੱਕ ਛੋਟੀ ਜਿਹੀ ਉਦਾਹਰਨ ਦੇ ਦਿਆਂ। ਇਤਿਹਾਸ ਵਿੱਚ ਇੱਕ ਕਥਾ ਆਉਂਦੀ ਹੈ, ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰ ਤਿਆਗਿਆ ਨਾ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦਾ ਸੰਸਕਾਰ ਕਰਨ ਵਾਸਤੇ ਜਾ ਰਹੇ ਸਨ। ਬਾਬਾ ਜੀ ਦਾ ਬੜੇ ਗੁਰਸਿੱਖ ਸਨ, ਨਾਲ ਸੰਗਤ ਦਾ ਭਾਰੀ ਇਕੱਠ। ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਅਥਾਹ ਸੇਵਾ ਕੀਤੀ। ਇੱਕ ਪਲ ਪਲ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਗੁਰੂ ਘਰ 'ਚ ਬਤੀਤ ਕੀਤਾ। ਉਹਨਾਂ ਵਿੱਚ ਨੇ ਇੱਕ ਸਿੱਖ ਸੀ, ਉਹਨੇ ਵੇਖਿਆ ਕਿ ਜਿੰਨੀਆਂ ਸੰਗਤਾਂ ਜਾ ਰਹੀਆਂ ਸਨ ਤੇ ਗੁਰੂ ਸਾਹਿਬ ਜਾ ਰਹੇ ਸਨ, ਇੱਕ ਨਾ ਛਤਰ ਜਿਹੜਾ ਹੈ ਸਾਰਿਆਂ ਦੇ ਸੀਸ ਤੇ ਝੂਲਦਾ ਪਿਆ ਸੀ। ਛਤਰ ਬਾਬਾ ਜੀ ਦਾ ਸੰਸਕਾਰ ਹੋਇਆ ਤੇ ਜਦੋਂ ਵਾਪਸ ਆਏ, ਹੁਣ ਉਹ ਛਤਰ ਜਿਹੜਾ ਕਿਸੇ ਦੇ ਸੀਸ ਤੇ ਨਹੀਂ ਸੀ ਝੂਲਦਾ, ਕੇਵਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੀਸ ਤੇ ਝੂਲਦਾ ਸੀ। ਸਿੱਖ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਮੈਂ ਇੱਕ ਕੌਤਕ ਵੇਖਿਆ। ਉਹ ਦਿਵ ਦ੍ਰਿਸ਼ਟੀ ਵਾਲਾ ਸਿੱਖ ਸੀ। ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਰਖੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਦਿਵ ਦ੍ਰਿਸ਼ਟੀ, ਦਿਵਿਆ ਦ੍ਰਿਸ਼ਟੀ। ਹੁਣ ਸਿੱਖ ਦੀ ਉਹ ਦਿਵ ਦ੍ਰਿਸ਼ਟੀ ਸੀ, ਗੁਰੂ ਦੀ ਕਿਰਪਾ ਨਾਲ ਉਹ ਕੁਝ ਵੀ ਨਜ਼ਰ ਆ ਰਿਹਾ ਸੀ ਜੋ ਕਿਸੇ ਨੂੰ ਦਿਸਦਾ ਨਹੀਂ। ਜਦੋਂ ਨੇਤਰਾਂ ਵਿੱਚ ਪ੍ਰਕਾਸ਼ ਹੋ ਜਾਂਦਾ ਨਾ ਗਿਆਨ ਦਾ, ਬ੍ਰਹਮ ਗਿਆਨ ਦਾ, ਫਿਰ ਜ਼ਰੇ ਜ਼ਰੇ ਵਿੱਚੋਂ ਵਾਹਿਗੁਰੂ ਨਜ਼ਰ ਆਉਂਦਾ ਹੈ।
ਸਿੱਖ ਦੀ ਦਿਵ ਦ੍ਰਿਸ਼ਟੀ ਹੋਣ ਕਰਕੇ ਉਹ ਕੌਤਕ ਉਹਨੂੰ ਦਿਸਿਆ, ਕਿਸੇ ਹੋਰ ਨੂੰ ਨਹੀਂ ਦਿਸਿਆ। ਸਿੱਖ ਦਾ ਸਵਾਲ ਸੀ, ਮਹਾਰਾਜ ਇਹ ਕੀ ਕੌਤਕ ਹੈ? ਵੀ ਜਦੋਂ ਜਾ ਰਹੇ ਸੌਂ ਤੇ ਸਾਰਿਆਂ ਦੇ ਸੀਸ ਤੇ ਛਤਰ ਸੀ, ਪਰ ਜਦੋਂ ਵਾਪਸ ਆਏ ਕੇਵਲ ਤੁਹਾਡੇ ਸੀਸ ਤੇ ਸੀ, ਬਾਕੀ ਕਿਸੇ ਹੋਰ ਦੇ ਸੀਸ ਤੇ ਉਹ ਛਤਰ ਨਹੀਂ ਸੀ ਝੂਲਦਾ। ਸਤਿਗੁਰੂ ਕਹਿੰਦੇ ਸਿੱਖਾ, ਮੌਤ ਦਾ ਜਿਹੜਾ ਭੈ ਹੈ ਨਾ ਉਹ ਰੱਬ ਚੇਤੇ ਕਰਾਉਂਦਾ ਹੈ। ਜਿਹੜਾ ਭੈ ਹੈ ਨਾ ਉਹ ਰੱਬ ਚੇਤੇ ਕਰਾਉਂਦਾ ਹੈ। ਜਦੋਂ ਸਾਰੇ ਜਾ ਰਹੇ ਸਨ ਉਹ ਕਹਿੰਦੇ ਵੀ ਬਾਬਾ ਬੁੱਢਾ ਸਾਹਿਬ ਜੀ ਉਹ ਚਲੇ ਗਏ ਤੇ ਅਸਾਂ ਵੀ ਚਲੇ ਜਾਣਾ, ਵੀ ਰੱਬ ਦਾ ਨਾਮ ਹੀ ਜਪ ਲਓ। ਸਾਰਿਆਂ ਨੂੰ ਵਾਹਿਗੁਰੂ ਵਾਹਿਗੁਰੂ ਯਾਦ ਸੀ। ਇੱਦਾਂ ਹੀ ਹੁੰਦਾ ਨਾ ਵੀ ਇੱਕ ਚਲਾ ਜਾਏ, ਬਾਕੀਆਂ ਦੇ ਮਨ ਵਿੱਚ ਭੈ ਹੁੰਦਾ, ਡਰ ਹੁੰਦਾ, ਉਹ ਰੱਬ ਨੂੰ ਚੇਤੇ ਕਰਦੇ ਨੇ ਬੈਠੇ। ਮਹਾਰਾਜ ਕਹਿੰਦੇ ਉਹ ਛਤਰ ਜਿਹੜਾ ਸਭ ਦੇ ਸੀਸ ਤੇ ਝੂਲਦਾ ਸੀ, ਜਦੋਂ ਵਿਹਲੇ ਹੋ ਗਏ, ਸੰਸਕਾਰ ਹੋ ਗਿਆ, ਫਿਰ ਕੀ ਸੀ ਵੀ ਘਰਾਂ ਨੂੰ ਚੱਲੀਏ, ਛੇਤੀ ਚੱਲੀਏ, ਸ਼ਾਮ ਪੈ ਚੱਲੀ ਹੈ, ਸੰਧਿਆ ਹੋ ਚੱਲੀ, ਹਨੇਰਾ ਪੈ ਚੱਲਿਆ, ਕੰਮ ਕਰਨੇ ਨੇ। ਫਿਰ ਜਿਹੜਾ ਵਾਹਿਗੁਰੂ ਵਾਹਿਗੁਰੂ ਉਹਨਾਂ ਨੂੰ ਪਹਿਲਾਂ ਯਾਦ ਸੀ ਹੁਣ ਉਹ ਭੁੱਲ ਗਿਆ, ਨਾ ਮੌਤ ਚੇਤੇ ਰਹੀ ਨਾ ਵਾਹਿਗੁਰੂ ਚੇਤੇ ਰਿਹਾ, ਤੇ ਉਹ ਛਤਰ ਹਟ ਗਿਆ ਉਹਨਾਂ ਦੇ ਸਿਰ ਤੋਂ। ਪਾਤਸ਼ਾਹ ਫਿਰ ਤੁਹਾਡੇ ਸੀਸ ਤੇ ਕਿਉਂ ਝੂਲਦਾ ਸੀ? ਮਹਾਰਾਜ ਕਹਿੰਦੇ ਅਸੀਂ ਦੋ ਚੀਜ਼ਾਂ ਹਮੇਸ਼ਾ ਯਾਦ ਰੱਖਦੇ ਹਾਂ। ਪਹਿਲੀ ਮਰਨਾ, ਮੌਤ ਦਾ ਭੈ, ਦੂਸਰਾ ਪਰਮੇਸ਼ਰ ਦਾ ਨਾਮ। ਅਸੀਂ ਦੋ ਚੇਤੇ ਰੱਖਦੇ ਹਾਂ, ਅੱਠੇ ਪਹਿਰ ਸਾਨੂੰ ਯਾਦ ਰਹਿੰਦੇ ਨੇ। ਇੱਕ ਫਕੀਰ ਸਾਈਂ ਇੱਕ ਦਿਨ ਮਨ ਕੀਤਾ ਵੀ ਆਪਾਂ ਨਾ ਅੱਜ ਨਮਾਜ਼ ਨਹੀਂ ਪੜ੍ਹਨੀ ਅੰਮ੍ਰਿਤ ਵੇਲੇ ਦੀ, ਰੋਜ਼ ਪੜ੍ਹੀ ਦੀ ਹੈ, ਕਹਿੰਦੇ ਛੁੱਟੀ ਹੋਣੀ ਚਾਹੀਦੀ ਇੱਕ ਦਿਨ, ਵੀ ਅੱਜ ਕਾਹਨੂੰ ਪੜ੍ਹਨੀ ਆ। ਆਪਾਂ ਵੀ ਕਹਿ ਦਿੰਦੇ ਹਾਂ ਠੀਕ ਹੈ ਮੈਂ ਰੋਜ਼ ਨਿਤਨੇਮ ਕਰਦਾ, ਕੀ ਹੋਇਆ ਜੇ ਇੱਕ ਦਿਨ ਨਾ ਕਰਾਂਗਾ। ਪਰ ਉਹ ਕਹਿੰਦਾ ਹੈ ਕਿ ਜਦੋਂ ਘੜਿਆਲ ਦੀ ਆਵਾਜ਼ ਸੁਣੀ ਨਾ ਤੇ ਮੈਂ ਫਿਰ ਉੱਠ ਕੇ ਬਹਿ ਗਿਆ ਤਸਬੀਹ ਲੈ ਕੇ। ਘੜਿਆਲ ਦੀ ਆਵਾਜ਼ ਸੁਣੀ ਫਿਰ ਮੈਂ ਤਸਬੀਹ ਲੈ ਕੇ ਬਹਿ ਗਿਆ। ਸਵਾਲ ਸੀ ਵੀ ਕਿਹੜਾ ਘੜਿਆਲ? ਕਹਿੰਦੇ ਕੰਨਾਂ ਵਿੱਚ ਆਵਾਜ਼ ਪਈ ਵੀ ਫਲਾਣਾ ਚਲਾ ਗਿਆ ਦੁਨੀਆ ਤੋਂ, ਫਲਾਣਾ ਚਲਾ ਗਿਆ, ਕੋਈ ਰਾਜਾ ਚਲਾ ਗਿਆ, ਅਮੀਰ ਚਲਾ ਗਿਆ, ਵਜ਼ੀਰ ਚਲਾ ਗਿਆ। ਕਹਿੰਦੇ ਉਹ ਘੜਿਆਲ ਦੀ ਜਦੋਂ ਆਵਾਜ਼ ਕੰਨ ਵਿੱਚ ਪੈਂਦੀ ਮੈਂ ਫਿਰ ਮਾਲਾ ਲੈ ਕੇ ਬਹਿ ਜਾਂਦਾ ਵੀ ਪਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ, ਵੀ ਜੋ ਗੁਆਂਢੀ ਦੇ ਹੋਇਆ ਤੇ ਕਿਤੇ ਤੇਰੇ ਘਰ ਵੀ ਹੋ ਸਕਦਾ, ਤੇਰੀ ਵਾਰੀ ਵੀ ਆ ਸਕਦੀ ਹੈ ਨਾ। ਸਮੇਂ ਦਾ ਕੀ ਪਤਾ ਹੈ ਕਦੋਂ ਕਿਸੇ ਦਾ ਸਮਾਂ ਆ ਜਾਣਾ। ਇਹ ਵਾਹਿਗੁਰੂ ਦੀ ਖੇਡ ਹੈ। ਜਿਹੜਾ ਭੈ ਹੈ ਨਾ, ਡਰ ਹੈ ਜਿਹੜਾ, ਉਹ ਹਮੇਸ਼ਾ ਪਰਮੇਸ਼ਰ ਨੂੰ ਯਾਦ ਕਰਾਉਂਦਾ। ਇੱਕ ਵਾਰੀ ਦਾਸ ਨੇ ਉਦਾਹਰਨ ਦਿੱਤੀ ਸੀ, ਜਿਵੇਂ ਬਾਹਰ ਹੁੰਦੇ ਨਾ ਲੋਕ ਜਦੋਂ ਗੱਡੀ 'ਚ ਜਾਂਦੇ ਨੇ, ਓਵਰ ਸਪੀਡਿੰਗ ਕਰਦੇ ਨੇ ਤੇ ਪੁਲਿਸ ਵਾਲੇ ਪਿੱਛੇ ਲਾਈਟਾਂ ਲਾ ਲੈਂਦੇ ਨੇ ਵੀ ਖੜ ਜਾਉਣ ਜਰਾ, ਫਿਰ ਭੈ ਦੇ ਵਿੱਚ ਆ ਕੇ ਗੱਡੀ ਵੀ ਰੋਕਦੇ, ਫਿਰ ਵਾਹਿਗੁਰੂ ਵਾਹਿਗੁਰੂ ਕਰਦੇ, ਮਹਾਰਾਜ ਅੱਜ ਟਿਕਟ ਨਾ ਮਿਲ ਜਾਏ ਕਿਤੇ, ਵੀ ਪੈਸੇ ਦੇਣੇ ਪੈਣੇ ਨੇ। ਡਰਦੇ ਨੇ ਨਾ, ਭੈ ਕਰਕੇ ਹੀ ਰੱਬ ਚੇਤੇ ਆਉਂਦਾ ਨਾ, ਉਂਝ ਤਾਂ ਨਹੀਂ ਨਾ ਆਉਂਦਾ, ਭੈ ਹੀ ਚੇਤੇ ਕਰਾਉਂਦਾ। ਇਹੋ ਜੀ ਕਹਾਵਤ ਕਹਿਣੀ ਕਿ ਡਰਾਇਆ ਜਾਂਦਾ ਹੈ, ਡਰਾਇਆ ਨਹੀਂ ਜਾਂਦਾ। ਬਾਣੀ ਤੁਹਾਨੂੰ ਇਤਲਾਹ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਝਾਉਂਦੇ ਨੇ, ਤਹਿ ਕਰ ਦਲ ਕਰਨ ਮਹਾਬਲੀ ਤਿਨ ਆਗ ਲੜੈ ਮੈਂ ਰਹਿ ਨਾ ਜਾਏ। ਹੁਣ ਜੋ ਕਰਨਾ ਕਰ ਲੈ, ਪਰ ਨਾਲ ਇਹ ਵੀ ਯਾਦ ਰੱਖੀ ਕਿ ਉੱਥੇ ਮਹਾਬਲੀ ਜਿਹੜੇ ਜਮਦੂਤ ਨੇ ਨਾ, ਉਹ ਬੰਦੇ ਨੂੰ ਦਲਦੇ ਨੇ। ਸਤਿਗੁਰੂ ਕਹਿੰਦੇ ਫਿਰ ਇੰਨੀ ਭਿਅੰਕਰ ਸਜ਼ਾ ਮਿਲਦੀ ਆ ਉੱਥੇ, ਤਾਂ ਇੱਕ ਪਲ ਵੀ ਨਹੀਂ ਰਿਹਾ ਜਾ ਸਕਦਾ, ਇੱਕ ਪਲ ਵੀ ਨਹੀਂ ਰੁਕਿਆ ਜਾ ਸਕਦਾ। ਇਹ ਕਹਿਣਾ ਫਿਰ ਨਿਰਮੂਲ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿ ਰਹੀ ਹੈ, ਫਿਰ ਕੋਈ ਪ੍ਰਚਾਰਕ ਨਹੀਂ ਇਹ ਗੱਲ ਕਹਿ ਸਕਦਾ ਆਪਣੇ ਕੋਲੋਂ। ਕਿਉਂ? ਜਦੋਂ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾ ਦਿੱਤੀ ਹੈ ਨਾ, ਮਹਾਰਾਜ ਨੇ ਕਹਿ ਦਿੱਤਾ ਤੇ ਉਹ ਗੱਲ ਸੱਚ ਹੀ ਹੈ। ਮਹਾਰਾਜ ਸਾਨੂੰ ਭੈ ਦਿੰਦੇ ਨੇ, ਕਿਉਂ? ਵੀ ਤੂੰ ਸਮਝਦਾ। ਕਈ ਵਾਰੀ ਬੰਦਾ ਗੱਲੀ ਬਾਤੀ ਨਹੀਂ ਸਮਝਦਾ, ਪਰ ਭੈ ਨਾਲ, ਡਰ ਨਾਲ ਜ਼ਰੂਰ ਸਮਝ ਜਾਂਦਾ ਹੈ। ਇਸ ਕਰਕੇ ਭੈ ਹੋਣਾ ਮਨੁੱਖ ਦੇ ਅੰਦਰ ਬਹੁਤ ਜ਼ਰੂਰੀ ਹੈ। ਭੈ ਹੋਵੇਗਾ, ਡਰ ਹੋਵੇਗਾ, ਤਾਂ ਹੀ ਮਨੁੱਖ ਸਹੀ ਰਸਤੇ 'ਤੇ ਚੱਲੇਗਾ। ਜੇ ਭੈ ਨਹੀਂ, ਫਿਰ ਤਾਂ ਜੋ ਮਰਜ਼ੀ ਕਰੀ ਜਾਓ। ਫਿਰ ਲੋਕ ਕਹਿੰਦੇ ਨੇ ਇਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ, ਫਿਰ ਉਹ ਗੱਲ ਹੈ ਵੀ ਅੱਗੇ ਕਿਹਨੇ ਵੇਖਿਆ। ਇੱਧਰ ਬਹਾਦਰ ਸ਼ਾਹ ਦੇ ਮਨ ਦੇ ਅੰਦਰ ਖੌਫ ਪੈਦਾ ਹੋ ਗਿਆ, ਡਰਦਾ ਸੀ ਉਹ, ਕਿਉਂਕਿ ਕਾਜੀ ਮੁਲਾਣਿਆਂ ਨੇ ਕਹਿ ਦਿੱਤਾ ਤੇਰੀ ਜਾਤ ਨਰਕਾਂ 'ਚ ਪਏਗੀ, ਮੁਹੰਮਦ ਤੇਰੀ ਸਿਫਾਰਿਸ਼ ਨਹੀਂ ਕਰੇਗਾ, ਤੇਰੀ ਗਵਾਹੀ ਨਹੀਂ ਭਰੇਗਾ। ਉਹਦੇ ਮਨ ਵਿੱਚ ਵੀ ਖੌਫ ਜਿਹੜਾ ਡਰ ਹੈ ਉਹ ਪੈਦਾ ਹੋ ਗਿਆ ਹੈ।
ਜਿੰਨੇ ਵੀ ਹਾਜੀ ਪੀਰ ਸਨ ਸਾਰੇ ਇਕੱਠੇ ਹੋ ਗਏ। ਉਹਨਾਂ ਸਾਰਿਆਂ ਨੇ ਜਿਹੜੀ ਕੁਰਾਨ ਸੀ ਨਾ, ਉਹਨਾਂ ਦਾ ਧਾਰਮਿਕ ਗ੍ਰੰਥ ਹੈ, ਉਹ ਧਾਰਮਿਕ ਗ੍ਰੰਥ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਹੈ। ਸਾਰੇ ਪੀਰ ਕਹਿਣ ਲੱਗੇ ਬਹਾਦਰ ਸ਼ਾਹ ਇਹ ਸਾਡੀ ਜ਼ਿੰਮੇਵਾਰੀ ਹੈ। ਹਾਂਜੀ, ਅਸੀਂ ਤੇਰੇ ਨਾਲ ਜਾਵਾਂਗੇ। ਤੈਨੂੰ ਡਰ ਲੱਗਦਾ ਨਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਵੀ ਉਹਦੇ ਵਿੱਚ ਬੜੀਆਂ ਕਰਾਮਾਤਾਂ ਨੇ। ਅਸੀਂ ਕਲਾਮਾਂ ਪੜ੍ਹਦੇ ਹੋਏ, ਮੰਤਰ ਪੜ੍ਹਦੇ ਹੋਏ ਨਾ ਤੇਰੇ ਮੂਹਰੇ ਮੂਹਰੇ ਚੱਲਾਂਗੇ। ਸਾਡੇ ਹੱਥਾਂ ਵਿੱਚ ਕੁਰਾਨ ਹੋਵੇਗੀ ਤੇ ਅਸੀਂ ਮੂਹਰੇ ਮੂਹਰੇ ਜਾਵਾਂਗੇ ਤੇ ਤੂੰ ਆਪਣੀਆਂ ਫੌਜਾਂ ਲੈ ਕੇ ਸਾਡੇ ਪਿੱਛੇ ਪਿੱਛੇ ਆ ਜਾਵੀਂ। ਜਦੋਂ ਇਹ ਗੱਲਾਂ ਸੁਣੀਆਂ ਤੇ ਬਹਾਦਰ ਸ਼ਾਹ ਦੇ ਮਨ ਵਿੱਚ ਥੋੜਾ ਜਿਹਾ ਵਿਸ਼ਵਾਸ ਤੇ ਸਿਦਕ ਜਿਹਾ ਆ ਗਿਆ। ਉਹਨੇ ਇਸ ਤਰ੍ਹਾਂ ਕਾਜੀ ਮੁਲਾਣਿਆਂ ਦੀ ਗੱਲ ਮੰਨ ਲਈ ਹੈ। ਕਹਿਣ ਲੱਗਾ ਠੀਕ ਹੈ, ਮੈਂ ਤੁਹਾਡੇ ਨਾਲ ਚੱਲਦਾ, ਪਰ ਮੈਂ ਕੇਵਲ ਆਗਰੇ ਤੱਕ ਤੁਹਾਡੇ ਨਾਲ ਜਾਵਾਂਗਾ। ਉਸ ਤੋਂ ਬਾਅਦ ਮੈਂ ਆਪਣੇ ਹਲਕਾਰੇ ਸਿਪਾਹੀ ਭੇਜਾਂਗਾ, ਉਹ ਅੱਗੇ ਜਾ ਕੇ ਨਾ ਸਾਰਾ ਕੁਝ ਵੇਖ ਕੇ ਆਵਣਗੇ ਵੀ ਬੰਦਾ ਸਿੰਘ ਬਹਾਦਰ ਦੇ ਪਾਸ ਕੀ ਕੁਝ ਹੈ, ਉੱਥੇ ਕੀ ਕੁਝ ਹੁੰਦਾ ਹੈ। ਜੇ ਤਾਂ ਮੈਨੂੰ ਲੱਗੇਗਾ ਵੀ ਸਾਰਾ ਕੁਝ ਠੀਕ ਹੈ ਫਿਰ ਤਾਂ ਮੈਂ ਉੱਥੋਂ ਅੱਗੇ ਚਲਾ ਜਾਵਾਂਗਾ, ਪਰ ਜੇ ਮੈਨੂੰ ਪਤਾ ਲੱਗ ਗਿਆ ਕਿ ਉਹ ਵਾਕਿਆ ਕਰਾਮਾਤੀ ਤਾਕਤਵਰ ਹੈ, ਤੁਸੀਂ ਕੁਝ ਨਹੀਂ ਕਰ ਸਕਦੇ, ਤੇ ਫਿਰ ਮੈਂ ਆਗਰੇ ਤੋਂ ਅੱਗੇ ਨਹੀਂ ਜਾਵਾਂਗਾ। ਮੇਰੇ ਹਲਕਾਰੇ ਜਾਣਗੇ, ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਬੰਦਾ ਸਿੰਘ ਦੇਵਤਾ ਹੈ ਕਿ ਇੱਕ ਆਮ ਬੰਦਾ ਹੈ। ਕਿਉਂਕਿ ਭੁਲੇਖਾ ਤਾਂ ਇਹੀ ਸੀ ਨਾ ਵੀ ਉਹਦਾ ਪਰਛਾਵਾਂ ਧਰਤੀ ਤੇ ਨਹੀਂ ਪੈਂਦਾ, ਉਹਦੇ ਪੈਰ ਨਹੀਂ ਧਰਤੀ ਤੇ ਲੱਗਦੇ, ਤੇ ਉਹ ਕਹਿੰਦਾ ਵੀ ਮੈਂ ਇਸ ਗੱਲ ਦੀ ਪੁਸ਼ਟੀ ਕਰਾਂਗਾ ਕਿ ਉਹ ਦੇਵਤਾ ਹੈ ਕਿ ਬੰਦਾ ਹੈ। ਇਸੇ ਪ੍ਰਕਾਰ ਮੇਰੇ ਹਲਕਾਰੇ ਜਾ ਕੇ ਸਭ ਕੁਝ ਉਹਦੇ ਘਰ ਦਾ ਵੇਖ ਕੇ ਆਵਣਗੇ। ਇਸ ਗੱਲ ਦੀ ਪਰਖ ਕਰਨਗੇ ਕਿ ਬੰਦਾ ਸਿੰਘ ਦੇ ਪਾਸ ਵੀਰ ਹੈ ਕਿ ਨਹੀਂ। ਜਿਸ ਕਰਾਮਾਤ ਦੀ ਗੱਲ ਮੈਂ ਬਾਰ-ਬਾਰ ਸੁਣਦਾ ਹਾਂ, ਇਹਦੀ ਪਰਖ ਕਰਾਂਗਾ ਕਿ ਵਾਕਿਆ ਬੰਦਾ ਸਿੰਘ ਵਿੱਚ ਕੋਈ ਕਰਾਮਾਤ ਹੈ ਕਿ ਨਹੀਂ। ਜਿਹੜੀ ਗੱਲ ਲੋਕ ਕਹਿੰਦੇ ਨੇ ਕਿ ਉਹਦੇ ਪੈਰਾਂ ਦੇ ਨਿਸ਼ਾਨ ਚਿੰਨ੍ਹ ਧਰਤੀ ਤੇ ਨਹੀਂ ਪੈਂਦੇ, ਲੋਕ ਕਹਿੰਦੇ ਨੇ ਉਹ ਅੱਖ ਨਹੀਂ ਫਰਕਦਾ, ਇੱਕ ਟੱਕ ਲਾ ਕੇ ਅੱਠੇ ਪੈਰ ਵੇਖਦਾ ਰਹਿੰਦਾ ਹੈ। ਲੋਕ ਕਹਿੰਦੇ ਨੇ ਉਹਦੇ ਤਨ ਦਾ ਪਰਛਾਵਾਂ ਧਰਤੀ ਤੇ ਨਹੀਂ ਪੈਂਦਾ, ਉਹ ਨਜ਼ਰ ਨਹੀਂ ਆਉਂਦਾ। ਜੇ ਮੈਂ ਸਾਰੀਆਂ ਗੱਲਾਂ ਦੀ ਪਰਖ ਕਰ ਲਈ ਵੀ ਉਹ ਬੰਦਾ ਹੈ, ਉਹ ਅੱਖ ਵੀ ਫਰਕਦਾ, ਉਹਦਾ ਪਰਛਾਵਾਂ ਵੀ ਧਰਤੀ ਤੇ ਪੈਂਦਾ, ਜੇ ਇਸ ਗੱਲ ਦੀ ਪੁਸ਼ਟੀ ਹੋ ਗਈ ਤੇ ਮੈਂ ਆਗਰੇ ਤੋਂ ਪੈਰ ਅੱਗੇ ਰੱਖ ਦਿਆਂਗਾ। ਪਰ ਜੇ ਲੋਕਾਂ ਦੀ ਗੱਲ ਸਹੀ ਹੋਈ ਤੇ ਮੈਂ ਆਗਰੇ ਤੋਂ ਅੱਗੇ ਨਹੀਂ ਜਾਵਾਂਗਾ। ਇਸ ਤਰ੍ਹਾਂ ਦੇ ਬਚਨ ਕਹਿ ਕੇ ਬਹਾਦਰ ਸ਼ਾਹ ਨੇ ਆਪਣੇ ਹਲਕਾਰੇ ਨਾਲ ਲੈ ਲਏ, ਫੌਜਾਂ ਨਾਲ ਲੈ ਲਈਆਂ ਤੇ ਚੱਲ ਪਿਆ, ਤੇ ਆਪਣੇ ਮੂਹਰਲੇ ਪਾਸੇ ਫੌਜਾਂ ਲਾ ਲਈਆਂ ਤੇ ਫੌਜਾਂ ਦੇ ਮੂਹਰਲੇ ਪਾਸੇ ਉਹ ਕਾਜੀ ਮੁਲਾਣੇ ਲਾ ਲਏ, ਜਿਹੜੇ ਕਹਿੰਦੇ ਵੀ ਅਸੀਂ ਹੱਥਾਂ ਵਿੱਚ ਕੁਰਾਨ ਫੜ ਕੇ ਜਾਵਾਂਗੇ। ਇਸ ਪ੍ਰਕਾਰ ਉਹਨੇ ਆਗਰੇ ਆ ਕੇ ਆਪਣਾ ਡੇਰਾ ਲਾ ਲਿਆ ਤੇ ਆਪਣੇ ਹਲਕਾਰੇ ਅੱਗੇ ਭੇਜ ਦਿੱਤੇ ਕਿ ਜਾਓ, ਜਾ ਕੇ ਪਰਖ ਕਰਕੇ ਆਓ ਵੀ ਬੰਦਾ ਸਿੰਘ ਬਹਾਦਰ ਕਿਹੋ ਜਿਹਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਅੱਗੇ ਉਹ ਲੱਗੇ ਤਨ ਤਾਪ, ਆਗਰੇ ਜਾ ਕੇ ਨਾ ਤਨ ਨੂੰ ਤਾਪ ਚੜ ਗਿਆ ਬਹਾਦਰ ਸ਼ਾਹ ਦੇ ਡਰ ਦੇ ਮਾਰੇ ਨੂੰ। ਜੀ ਨਹੀਂ ਸੀ ਕਰਦਾ ਵੀ ਮੈਂ ਕਦਮ ਅੱਗੇ ਰੱਖ ਲਵਾਂ, ਪੈਰ ਅੱਗੇ ਰੱਖ ਲਵਾਂ। ਹਾਂਜੀ, ਤੁਰੇ ਹਲਕਾਰੇ ਭੇਖ ਵਟਾਏ, ਹਿੰਦੂ ਹੋਤੇ ਥੇ ਚਾਕਰ ਥਾਏ। ਕਹਿੰਦੇ ਜਿਹੜੇ ਉਹ ਹਲਕਾਰੇ ਸਨ ਇਹਦੀ ਫੌਜ ਦੇ ਵਿੱਚ, ਜਿਹੜੇ ਹਿੰਦੂ ਸਨ, ਉਹਨਾਂ ਦਾ ਭੇਸ ਵਟਾ ਕੇ ਨਾ ਇਹਨੇ ਭੇਜ ਦਿੱਤਾ ਵੀ ਤੁਸੀਂ ਜਾ ਕੇ ਪਰਖ ਕਰਕੇ ਆਓ ਬੰਦਾ ਸਿੰਘ ਦੀ। ਉਹਨੇ ਆਪਣੀ ਫੌਜ ਵਿੱਚ ਜਿਹੜੇ ਮੁਸਲਮਾਨ ਸਨ ਉਹਨਾਂ ਨੂੰ ਨਹੀਂ ਭੇਜਿਆ, ਕਿਉਂਕਿ ਉਹਨੂੰ ਪਤਾ ਸੀ ਵੀ ਜੇ ਮੁਸਲਮਾਨਾਂ ਨੂੰ ਭੇਜ ਦਿੱਤਾ ਤੇ ਉਹਨਾਂ ਦੀ ਪਰਖ ਹੋ ਜਾਣੀ ਹੈ। ਇਸ ਕਰਕੇ ਉਹਨੇ ਜਿਹੜੇ ਹਿੰਦੂ ਉਹਦੀ ਫੌਜ ਵਿੱਚ ਸਨ ਉਹ ਭੇਜ ਦਿੱਤੇ ਵੀ ਤੁਸੀਂ ਜਾ ਕੇ ਪਰਖ ਕਰਕੇ ਆਵੋ। ਉਹ ਵੀ ਡਰਦੇ ਹੋਏ ਬਹਾਦਰ ਸ਼ਾਹ ਦੇ ਭੇਜੇ ਹੋਏ ਸਭਾ ਦੇ ਵਿੱਚ ਪਹੁੰਚੇ ਹਨ, ਜਿੱਥੇ ਬੰਦਾ ਸਿੰਘ ਬਹਾਦਰ ਸਜਿਆ ਹੈ। ਬੰਦਾ ਸਿੰਘ ਦੀ ਸਭਾ ਦੇ ਵਿੱਚ ਜਾ ਕੇ ਉਹਨਾਂ ਨੇ ਧਿਆਨ ਲਾ ਕੇ ਚੰਗੀ ਤਰ੍ਹਾਂ ਹਰ ਚੀਜ਼ ਨੂੰ ਵੇਖਿਆ ਹੈ। ਉਹਨਾਂ ਨੇ ਵੇਖਿਆ ਵੀ ਜਦੋਂ ਬੰਦਾ ਸਿੰਘ ਤੁਰਦਾ ਹੈ ਨਾ
ਤੇ ਉਹਦੇ ਪੈਰਾਂ ਦੇ ਚਿੰਨ੍ਹ ਜਿਹੜੇ ਨੇ ਉਹ ਧਰਤੀ ਤੇ ਲੱਗਦੇ ਨੇ। ਤੁਰਨ ਦੇ ਨਾਲ ਜਿਵੇਂ ਨਿਸ਼ਾਨ ਪੈ ਜਾਂਦਾ ਧਰਤੀ ਤੇ ਉਹਦਾ ਨਿਸ਼ਾਨ ਪੈਰਾਂ ਦਾ ਧਰਤੀ ਤੇ ਲੱਗਦਾ ਹੈ। ਤੇ ਜਦੋਂ ਧੁੱਪ ਪੈਂਦੀ ਆ ਤੇ ਉਹਦਾ ਪਰਛਾਵਾਂ ਵੀ ਜਿਹੜਾ ਉਹ ਵੀ ਧਰਤੀ ਦੇ ਉੱਤੇ ਨਜ਼ਰ ਆਉਂਦਾ ਹੈ। ਤੇ ਜਦੋਂ ਗੁੱਸਾ ਆਉਂਦਾ ਵੀਰ ਰਸ ਵਿੱਚ ਆਉਂਦਾ ਤੇ ਅੱਖਾਂ ਵੀ ਉਹਦੀਆਂ ਫਰਕਦੀਆਂ ਹਨ। ਉਹਨਾਂ ਨੇ ਫਿਰ ਪਰਖ ਕਰ ਲਈ ਵੀ ਇਹ ਵੀ ਸਾਡੇ ਵਾਂਗੂ ਆਮ ਮਨੁੱਖ ਹੈ, ਇਹ ਦੇਵਤਾ ਨਹੀਂ। ਇਹ ਤਾਂ ਲੋਕਾਂ ਨੇ ਐਵੇਂ ਅਫਵਾਹ ਹੀ ਉਡਾ ਦਿੱਤੀ ਵੀ ਇਹ ਬਹੁਤ ਵੱਡਾ ਦੇਵਤਾ ਹੈ। ਹਾਂ, ਇਹਨਾਂ ਨੇ ਕਰਾਮਾਤਾਂ ਜ਼ਰੂਰ ਵੇਖੀਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ, ਕਿਉਂਕਿ ਕਰਾਮਾਤੀ ਤਾਂ ਸਨ, ਕਰਾਮਾਤਾਂ ਵਿਖਾਉਂਦੇ ਸਨ। ਉਹਨਾਂ ਨੇ ਸਾਰੀਆਂ ਕਰਾਮਾਤਾਂ ਵੇਖੀਆਂ ਹਨ। ਕੁਝ ਕਰਾਮਾਤਾਂ ਲੋਕਾਂ ਕੋਲੋਂ ਸੁਣੀਆਂ, ਕੁਝ ਅੱਖੀਂ ਵੇਖੀਆਂ ਹਨ। ਹਲਕਾਰੇ ਬਹਾਦਰ ਸ਼ਾਹ ਦੇ ਪਾਸ ਵਾਪਸ ਆ ਕੇ ਬੇਨਤੀ ਕਰਦੇ ਹਨ, ਹੇ ਬਾਦਸ਼ਾਹ, ਉਹ ਸਾਡੇ ਵਾਂਗੂ ਆਮ ਇਨਸਾਨ ਹੈ, ਉਹਦੇ ਚਿੰਨ੍ਹ ਵੀ ਲੱਗਦੇ ਧਰਤੀ ਤੇ, ਪਰਛਾਵਾਂ ਵੀ ਪੈਂਦਾ, ਅੱਖ ਵੀ ਫਰਕਦੀ ਹੈ, ਪਰ ਕਰਾਮਾਤੀ ਜ਼ਰੂਰ ਹੈ। ਇਹ ਗੱਲ ਬਹਾਦਰ ਸ਼ਾਹ ਨੇ ਮੰਨ ਲਈ ਹੈ। ਫਿਰ ਜਿੰਨੇ ਵੀ ਪੰਜਾਬ ਦੇ ਰਹਿਣ ਵਾਲੇ ਫਰਿਆਦੀ ਸਨ, ਉਹਨਾਂ ਨੇ ਇਕੱਠਿਆਂ ਹੋ ਕਰਕੇ ਬਹਾਦਰ ਸ਼ਾਹ ਦੇ ਕੋਲ ਜਦੋਂ ਫਰਿਆਦ ਕੀਤੀ, ਉਹਨਾਂ ਦੀ ਬੇਨਤੀ ਸੁਣ ਕੇ ਬਹਾਦਰ ਸ਼ਾਹ ਨੇ ਥੋੜਾ ਜਿਹਾ ਉਦਮ ਕੀਤਾ ਹੈ। ਇਸ ਤਰ੍ਹਾਂ ਉਹਨੇ ਆਪਣਾ ਡੇਰਾ ਜਿਹੜਾ ਸੀ ਉਹ ਤੋਰਿਆ ਇੱਥੋਂ ਵੀ, ਚਲੋ ਆਗਰੇ ਤੋਂ ਹੁਣ ਪੰਜਾਬ ਨੂੰ ਚਲੀਏ। ਇਸ ਪ੍ਰਕਾਰ ਪੰਜਾਬ ਵੱਲ ਉਹਨੇ ਆਪਣਾ ਪੈਰ ਪਾਇਆ ਹੈ। ਜਦੋਂ ਬਹਾਦਰ ਸ਼ਾਹ ਦੇ ਪਾਸ ਲੋਕਾਂ ਨੇ ਫਰਿਆਦ ਕੀਤੀ ਹੈ, ਪੰਜਾਬ ਨੂੰ ਫਤਿਹ ਕਰਨ ਵਾਸਤੇ ਬਹਾਦਰ ਸ਼ਾਹ ਨੇ ਆਪਣੀ ਤਿਆਰੀ ਕਰ ਲਈ ਹੈ। ਉਹਨੇ ਕਈ ਹਜ਼ਾਰ ਜਿਹੜੀਆਂ ਕੁਰਾਨਾਂ ਨੇ ਨਾ ਆਪਣੇ ਮੂਹਰੇ ਲਾ ਲਈਆਂ। ਕਾਜੀ ਹਾਜੀ ਮੁਲਾਣੇ ਸਭ ਮੂਹਰੇ ਲਾ ਲਏ ਵੀ ਕੁਰਾਨ ਲੈ ਕੇ ਮੇਰੇ ਅੱਗੇ ਅੱਗੇ ਚੱਲੋ। ਤੇ ਉਹਨਾਂ ਦੇ ਨਾਲ ਹੈਦਰੀ ਝੰਡਾ ਉਹਨਾਂ ਨੇ ਤੋਰਿਆ, ਹਰੇ ਰੰਗ ਦਾ ਝੰਡਾ ਹੁੰਦਾ ਉਹਨਾਂ ਦਾ। ਤੇ ਜਿਵੇਂ ਆਪਣੇ ਨਿਸ਼ਾਨ ਸਾਹਿਬ ਨੇ ਨਾ, ਸਿੰਘ ਜਦੋਂ ਜਾਂਦੇ ਸਨ ਪੁਰਾਣੇ ਸਮੇਂ ਵਿੱਚ ਜੰਗ ਕਰਨ ਵਾਸਤੇ, ਜਾਂ ਗੁਰੂ ਸਾਹਿਬ ਜੀ ਕਿਤੇ ਜਾਂਦੇ ਸਨ, ਤੇ ਮੂਹਰਲੇ ਪਾਸੇ ਨਿਸ਼ਾਨ ਸਾਹਿਬ ਹੁੰਦਾ ਸੀਗਾ। ਤੇ ਅੱਜ ਵੀ ਜਦੋਂ ਨਿਹੰਗ ਸਿੰਘ ਮਹੱਲਾ ਕੱਢਦੇ ਨੇ ਜਾਂ ਕਿਤੇ ਵੀ ਜਾਂਦੇ ਨੇ ਉਹ, ਤੇ ਨਿਸ਼ਾਨ ਸਾਹਿਬ ਸਭ ਤੋਂ ਮੂਹਰੇ ਹੁੰਦੇ, ਨਗਾਰੇ ਤੇ ਨਿਸ਼ਾਨ ਮੂਹਰੇ ਹੁੰਦੇ, ਮਰਿਆਦਾ ਹੈ। ਇਸੇ ਪ੍ਰਕਾਰ ਇਹਨੇ ਆਪਣੇ ਹੈਦਰੀ ਝੰਡੇ ਮੂਹਰੇ ਕਰ ਲਏ ਤੇ ਤੁਰ ਪਿਆ ਹੈ। ਜਿੰਨੇ ਫਕੀਰ ਮੁਲਾਣੇ ਕਾਜੀ ਹਾਜੀ ਸਭ ਮੂਹਰੇ ਤੋਰ ਲਏ ਹਨ। ਉਹ ਸਾਰੇ ਜਾਣੇ ਮੰਤਰ ਪੜ੍ਹਦੇ ਨੇ, ਕਲਾਮਾਂ ਪੜ੍ਹਦੇ ਨੇ ਵੀ ਕਿਤੇ ਬੰਦਾ ਸਿੰਘ ਕੋਈ ਕਰਾਮਾਤ ਨਾ ਵਰਤਾ ਦੇਵੇ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਹਾਦਰ ਸ਼ਾਹ ਮਨ ਵਿੱਚ ਬੜੀ ਚਿੰਤਾ ਕਰਦਾ ਹੈ। ਉਹਦਾ ਨਾ ਮਨ ਨਹੀਂ ਭਤੀਜਦਾ ਪੰਜਾਬ ਜਾਣ ਨੂੰ, ਥਰ ਥਰ ਕੰਬਦਾ ਵੀ ਕਿਤੇ ਕੋਈ ਭਾਣਾ ਨਾ ਵਾਪਰ ਜਾਵੇ। ਪੰਜਾਬ ਨੂੰ ਜਾਂਦਿਆਂ ਹੋਇਆਂ ਬਹਾਦਰ ਸ਼ਾਹ ਨੇ ਰਾਹ ਦੇ ਵਿੱਚ ਇਹ ਵਿਚਾਰ ਕੀਤੀ ਹੈ, ਕਹਿੰਦਾ ਮਨਾ ਵੀ ਬੰਦੇ ਬਹਾਦਰ ਨਾਲ ਨਾ ਵਿਗਾੜਨੀ ਨਹੀਂ ਬਣਦੀ। ਬੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਦਾਸ ਸੇਵਕ ਹੈ। ਜਿਸ ਗੁਰੂ ਨੇ ਮੈਨੂੰ ਪਾਤਸ਼ਾਹੀ ਦਿੱਤੀ ਹੈ, ਜਿਸ ਗੁਰੂ ਦਾ ਬਣਾਇਆ ਮੈਂ ਪਾਤਸ਼ਾਹ ਦਿੱਲੀ 'ਚ ਰਾਜ ਕਰਦਾ ਹਿੰਦੁਸਤਾਨ ਤੇ ਉਸੇ ਹੀ ਗੁਰੂ ਨੇ ਬੰਦਾ ਸਿੰਘ ਬਹਾਦਰ ਨੂੰ ਵੀ ਬਹੁਤ ਕੁਝ ਬਖਸ਼ਿਆ। ਇਸ ਕਰਕੇ ਜੇ ਮੈਂ ਬਲਵਾਨ ਆ ਹਿੰਦੁਸਤਾਨ ਦਾ ਬਾਦਸ਼ਾਹ ਤੇ ਉਹ ਵੀ ਬੜਾ ਤਾਕਤਵਰ ਹੋਵੇਗਾ। ਇਸ ਕਰਕੇ ਬੰਦਾ ਸਿੰਘ ਬਹਾਦਰ ਨਾਲ ਵਿਗਾੜਨੀ ਨਹੀਂ ਬਣਦੀ। ਮੈਂ ਕੇਵਲ ਬਾਦਸ਼ਾਹ ਹਾਂ, ਪਰ ਉਹ ਕਰਾਮਾਤ ਦੇ ਵਿੱਚ ਭਾਰੀ ਹੈ। ਕੀ ਜਾਣੀਏ, ਕੌਣ ਜਾਣੇ ਕਿ ਉਹ ਸਾਡੇ ਨਾਲ ਕੀ ਕਰ ਦੇਵੇ। ਜੇ ਅਸੀਂ ਪੰਜਾਬ ਦੇ ਵਿੱਚ ਜਾਈਏ, ਪਤਾ ਨਹੀਂ ਕੀ ਉੱਥੇ ਕਹਿਰ ਵਾਪਰ ਜਾਵੇ। ਕਹਿੰਦੇ ਜਿਹੜੇ ਉਹਦੇ ਪਾਸ ਵੀਰ ਨੇ ਨਾ, ਜਦੋਂ ਹੱਕ ਤਾਲਾ ਦਾ ਹੁਕਮ ਹੋ ਗਿਆ, ਹੱਕ ਤਾਲਾ ਦਾ ਭਾਵ ਹੱਕ ਸੱਚ ਨੂੰ ਕਹਿੰਦੇ ਨੇ, ਤਾਲਾ ਰੱਬ ਨੂੰ ਕਹਿੰਦੇ ਨੇ। ਉਹ ਸੱਚਾ ਵਾਹਿਗੁਰੂ ਅਕਾਲ ਪੁਰਖ ਜੇ ਹੁਕਮ ਕਰ ਦਏ ਤੇ ਬੰਦਾ ਸਿੰਘ ਨੇ ਆਪਣੇ ਵੀਰ ਸਾਡੇ ਵੱਲ ਭੇਜ ਦਿੱਤੇ।
ਕਹਿੰਦੇ ਕਿਤੇ ਸਮਾਂ ਸੀ ਕਿ ਇਹ ਵੀਰ ਪਹਿਲਾਂ ਸਾਡੇ ਪੈਗੰਬਰ ਦੇ ਕੋਲੋਂ ਆਉਂਦੇ ਸਨ, ਪਰ ਹੁਣ ਉਹ ਵੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦਾ ਸਿੰਘ ਬਹਾਦਰ ਨੂੰ ਬਖਸ਼ੇ ਨੇ। ਜੇ ਉਹਨਾਂ ਦਾ ਹੁਕਮ ਹੋ ਗਿਆ ਤੇ ਉਹ ਵੀਰ ਸਾਡੇ ਵੱਲ ਆ ਜਾਣਗੇ। ਪਹਿਲਾਂ ਸਾਡੇ ਪੈਗੰਬਰ ਕੋਲ ਆਉਂਦੇ ਸਨ, ਹੁਣ ਉਹ ਵੀਰ ਜਿਹੜੇ ਨੇ ਇਨ ਪੈ ਆਵਤ, ਹੁਣ ਇਹਨਾਂ ਦੇ ਪਾਸ ਆਉਂਦੇ ਹਨ। ਕਿਤੇ ਇਹ ਨਾ ਹੋਵੇ ਕਿ ਉਹ ਵੀਰ ਮੈਨੂੰ ਮਾਰ ਗਵਾਣ, ਮੇਰਾ ਨਾਸ਼ ਕਰ ਦੇਣ। ਇਹ ਵਿਚਾਰਾ ਕਰਦਿਆਂ ਨਾ ਬੰਦਾ ਸਿੰਘ ਬਹਾਦਰ ਸਾਧ ਸੰਗਤ ਜੀ ਫੇਰ ਪਿਛਾਂ ਨੂੰ ਮੁੜ ਪਿਆ। ਉਹਨੇ ਮੂੰਹ ਪਿਛਾਂ ਕਰ ਲਿਆ ਆਗਰੇ ਵੱਲ ਨੂੰ ਵੀ ਆਪਾਂ ਪੰਜਾਬ ਨਹੀਂ ਜਾਣਾ। ਉਹਦੀ ਹਿੰਮਤ ਨਹੀਂ ਸੀ ਪੈਂਦੀ ਵੀ ਪੰਜਾਬ ਦੇ ਵਿੱਚ ਪੈਰ ਰੱਖ ਸਕੇ, ਤੇ ਫੌਜਾਂ ਲੈ ਕੇ ਆਗਰੇ ਨੂੰ ਪਿਛਾਂ ਮੁੜ ਗਿਆ ਹੈ। ਆਪਣੇ ਮਨ ਦੇ ਵਿੱਚ ਬੜੀ ਚਿੰਤਾ ਕਰਦਾ ਆ, ਪਰ ਅੰਦਰ ਦਾ ਭੇਦ ਨਹੀਂ ਕਿਸੇ ਨੂੰ ਦਿੰਦਾ। ਕਿਸੇ ਨੂੰ ਇਹ ਨਹੀਂ ਦੱਸਦਾ ਵੀ ਮੈਂ ਡਰ ਰਹੇ ਅੰਦਰੋਂ। ਫਿਰ ਬਹਾਦਰ ਸ਼ਾਹ ਨੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਵੀ ਆਪਾਂ ਬੰਦਾ ਸਿੰਘ ਬਹਾਦਰ ਨੂੰ ਚਿੱਠੀ ਲਿਖ ਕੇ ਭੇਜਦੇ ਹਾਂ। ਬਹਾਦਰ ਸ਼ਾਹ ਚਿੱਠੀ ਦੇ ਵਿੱਚ ਇਹ ਲਿਖਦਾ ਹੈ ਕਿ ਹੇ ਬਾਬਾ ਬੰਦਾ ਸਿੰਘ ਬਹਾਦਰ, ਮੈਂ ਤੈਨੂੰ ਮਿਲਣ ਵਾਸਤੇ ਆਉਣਾ ਚਾਹੁੰਦਾ। ਤੂੰ ਵੀ ਮਹਾਰਾਜ ਕਲਗੀਧਰ ਦਾ ਸਿੱਖ ਹੈ ਤੇ ਮੈਂ ਵੀ ਕਲਗੀਧਰ ਜੀ ਦਾ ਸਿੱਖ ਹਾਂ। ਅਸੀਂ ਦੋਨੇ ਜਾਣੇ ਇੱਕੋ ਗੁਰੂ ਦੇ ਸਿੱਖ ਹਾਂ। ਇਸ ਤਰ੍ਹਾਂ ਚਿੱਠੀ ਲਿਖ ਕੇ ਬਹਾਦਰ ਸ਼ਾਹ ਨੇ ਭੇਜ ਦਿੱਤੀ ਹੈ। ਨਾਲੇ ਚਿੱਠੀ 'ਚ ਲਿਖ ਦਿੱਤਾ ਵੀ ਬਾਬਾ ਜੀ ਚੰਗਾ ਕੀਤਾ ਵੀ ਤੁਸੀਂ ਵਜ਼ੀਰ ਖਾਂ ਮਾਰ ਦਿੱਤਾ ਹੈ। ਵੇਖੋ ਉਹੀ ਬਹਾਦਰ ਸ਼ਾਹ ਹੈ ਨਾ ਜਿਹੜਾ ਵਜ਼ੀਰ ਖਾਂ ਨੂੰ ਬਚਾਉਂਦਾ ਸੀਗਾ। ਪ੍ਰਬੰਧ ਕਰ ਲਿਆ ਆਪਣਾ, ਤੇ ਗੁਲ ਖਾਂ ਪਠਾਨ ਬਹਾਦਰ ਸ਼ਾਹ ਦੇ ਕਹਿਣ ਤੇ ਵਜ਼ੀਰ ਖਾਂ ਨੇ ਭੇਜਿਆ ਮਹਾਰਾਜ 10ਵੇਂ ਪਾਤਸ਼ਾਹ ਦੇ ਕੋਲ। ਹੁਣ ਉਹੀ ਬਹਾਦਰ ਸ਼ਾਹ ਡਰਦਾ ਮਾਰਾ ਕਹਿੰਦਾ ਚੰਗਾ ਕੀਤਾ ਵਜੀਦਾ ਤੁਸੀਂ ਮਾਰ ਦਿੱਤਾ, ਤੇ ਚੰਗਾ ਕੀਤਾ ਪਹਾੜੀਏ ਤੁਸੀਂ ਮਾਰ ਦਿੱਤੇ ਹਨ। ਇਹ ਬੜੇ ਦੁਸ਼ਟ ਸਨ, ਸਤਿਗੁਰਾਂ ਦੇ ਭਾਰੀ ਵੈਰੀ ਸਨ, ਜਿਨ੍ਹਾਂ ਨੇ ਸਾਰੀ ਉਮਰ ਕਲਗੀਧਰ ਜੀ ਨਾਲ ਦਰੋਹ ਕਮਾਇਆ ਹੈ। ਅਸਲ 'ਚ ਮੈਂ ਵੀ ਇਹਨਾਂ ਨੂੰ ਮਾਰਨਾ ਚਾਹੁੰਦਾ ਸੀ। ਜੇ ਕਿਤੇ ਮਾਰਨਾ ਚਾਹੁੰਦਾ ਹੁੰਦਾ ਨਾ ਤੇ ਕਲਗੀਧਰ ਜੀ ਕਦੇ ਨਾ ਕਹਿੰਦੇ ਤੂੰ ਵੀ ਪਿਓ ਵਰਗਾ ਹੈ। ਇਹ ਪਤਾ ਕਿਉਂ ਆਖਿਆ ਸੀ ਮਹਾਰਾਜ ਨੇ? ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਸਨ ਪਾਤਸ਼ਾਹ ਸਿੰਘਾਂ ਦੇ ਨਾਲ, ਤੇ ਪਹਾੜੀਏ ਜਿਹੜੇ ਸਨ ਉਹਨਾਂ ਨੇ ਆਪਣੇ ਠਾਕੁਰਾਂ ਦੀ ਸਹੁੰ ਚੁੱਕੀ ਤੇ ਆਟੇ ਦੀ ਗਊ ਬਣਾ ਕੇ ਉਹਨਾਂ ਨੇ ਆਪਣੇ ਜਿਹੜੇ ਪੰਡਤ ਪ੍ਰੋਹ ਸਨ ਉਹ ਭੇਜੇ। ਤੇ ਜਿਹੜਾ ਔਰੰਗਜ਼ੇਬ ਸੀ ਉਹਨੇ ਕਾਜੀ ਭੇਜਿਆ ਕੁਰਾਨ ਦੇ ਕੇ ਵੀ ਮੈਂ ਕੁਰਾਨ ਦੀ ਸਹੁੰ ਖਾਨਾ ਆ। ਪਰ ਹੋਇਆ ਕਿ ਜਦੋਂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਉਹਨਾਂ ਹਮਲਾ ਕਰ ਦਿੱਤਾ। ਮਹਾਰਾਜ ਇਹਨਾਂ ਤੇ ਵਿਸ਼ਵਾਸ ਨਹੀਂ ਸਨ ਕਰਦੇ, ਪਰ ਜਦੋਂ ਸਿੱਖ ਆਪਣੀ ਮਰਜ਼ੀ ਨਾਲ ਨਿਕਲਣ ਲੱਗੇ ਤੇ ਗੁਰੂ ਸਾਹਿਬ ਨੂੰ ਮਜਬੂਰਨ ਕਿਲ੍ਹਾ ਛੱਡਣਾ ਪਿਆ। ਇਹਨਾਂ ਦੇ ਛਡਾਇਆ ਕਿਲ੍ਹਾ ਨਹੀਂ ਛੱਡਿਆ ਮਹਾਰਾਜ ਨੇ। ਮਹਾਰਾਜ ਦੀ ਮਜਬੂਰੀ ਬਣ ਗਈ ਵੀ ਪਰਿਵਾਰ ਜਾ ਰਿਹਾ, ਸਿੱਖ ਜਾ ਰਹੇ ਨੇ, ਤੇ ਕਿਤੇ ਨਾ ਹੋਵੇ ਵੀ ਉਹ ਸਿੱਖਾਂ ਤੇ ਹਮਲਾ ਕਰਕੇ ਨੁਕਸਾਨ ਕਰ ਦੇਣ। ਫਿਰ ਉਹਨਾਂ ਨੂੰ ਬਚਾਉਣ ਵਾਸਤੇ, ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਮਹਾਰਾਜ ਨੇ ਕਿਲ੍ਹਾ ਛੱਡਿਆ, ਕਲਗੀਧਰ ਮਹਾਰਾਜ ਨੇ। ਤੇ ਸਤਿਗੁਰਾਂ ਨੇ ਇਸੇ ਕਰਕੇ ਆਖਿਆ ਸੀ ਤੂੰ ਵੀ ਪਿਓ ਵਰਗਾ, ਤੇਰਾ ਪਿਓ ਵਾਅਦਾ ਕਰਕੇ ਮੁੱਕਰ ਗਿਆ, ਤੂੰ ਵੀ ਵਾਅਦਾ ਕੀਤਾ ਸੀ ਮਹਾਰਾਜ ਜਿਸ ਦਿਨ ਮੈਂ ਬਾਦਸ਼ਾਹ ਬਣ ਗਿਆ ਤੇ ਤਖਤ ਤੇ ਬਹਿੰਦਿਆਂ ਇਹਨਾਂ ਨੂੰ ਮੈਂ ਸਜ਼ਾਵਾਂ ਦਿਆਂਗਾ, ਤੁਹਾਡੇ ਹਵਾਲੇ ਕਰ ਦਿਆਂਗਾ। ਪਾਤਸ਼ਾਹ ਕਹਿੰਦੇ ਨਾ ਤੇਰੇ ਪਿਓ ਨੇ ਵਾਅਦਾ ਪੂਰਾ ਕੀਤਾ ਨਾ ਤੂੰ ਕੀਤਾ, ਤੂੰ ਪਿਓ ਵਰਗਾ ਹੈ। ਉਹ ਜਦੋਂ ਵੀ ਆਉਂਦਾ ਸੀ ਨਾ ਸਤਿਗੁਰੂ ਉਹਨੂੰ ਜ਼ਰੂਰ ਇਹ ਬਚਨ ਕਹਿੰਦੇ ਸਨ। ਤੇ ਹੁਣ ਇੱਥੇ ਕੀ ਕਹਿੰਦਾ, ਚਾਹਤ ਥੋ ਮੈਂ ਇਨ ਕੋ ਮਾਰੇ, ਜਿਨ੍ਹਾਂ ਨੂੰ ਤੁਸੀਂ ਮਾਰ ਦਿੱਤਾ ਮੈਂ ਚਾਹੁੰਦਾ ਸੀ ਕਿ ਮੈਂ ਇਹਨਾਂ ਨੂੰ ਮਾਰ ਦੇਵਾਂ। ਚਲੋ ਤੁਸੀਂ ਚੰਗਾ ਕੀਤਾ ਵੀ ਤੁਸੀਂ ਆਪ ਹੀ ਇਹਨਾਂ ਨੂੰ ਸੰਭਾਲ ਲਿਆ, ਆਪ ਹੀ ਮਾਰ ਦਿੱਤਾ ਹੈ। ਅਸੀਂ ਤਾਂ ਗੁਰੂ ਸਾਹਿਬ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਦਾਸ ਸੇਵਕ ਹਾਂ। ਉਹਨਾਂ ਦੀ ਕਿਰਪਾ ਦੇ ਨਾਲ ਸਾਨੂੰ ਪਾਤਸ਼ਾਹੀ ਪ੍ਰਾਪਤ ਹੋਈ ਹੈ। ਚਿੱਠੀ ਵਿੱਚ ਲਿਖਦਾ ਵੀ ਮੇਰੇ ਜਿਹੜੇ ਬਜ਼ੁਰਗ ਨੇ ਨਾ, ਵੱਡੇ ਵਡੇਰੇ ਨੇ, ਉਹਨਾਂ ਦੀ ਤੁਰਬਤ ਹੈ ਉੱਥੇ ਲਾਹੌਰ ਦੇ ਵਿੱਚ, ਤੁਰਬਤ ਵੀ ਕਬਰ ਹੈ ਉਹਨਾਂ ਦੀ, ਤੇ ਉੱਥੇ ਉਹਨਾਂ ਨੂੰ ਦਫਨਾਇਆ ਗਿਆ ਸੀ। ਤੇ ਮੇਰਾ ਜੀ ਕਰਦਾ ਹੈ ਵੀ ਮੈਂ ਉਹਨਾਂ ਦੇ ਜਾ ਕੇ ਨਾ ਦਰਸ਼ਨ ਕਰ ਲਵਾਂ।
ਤੇ ਮੈਂ ਯਾਤਰਾ ਕਰਨਾ ਚਾਹੁੰਦਾ। ਜਾਰਤ, ਜਾਰਤ ਦਾ ਭਾਵ ਵੀ ਯਾਤਰਾ ਕਰਨੀ। ਮੇਰਾ ਚਿੱਤ ਕਰਦਾ ਵੀ ਮੈਂ ਉਹਨਾਂ ਦੀ ਕਬਰ ਤੇ ਜਾਵਾਂ, ਯਾਤਰਾ ਕਰਾਂ, ਉਹਨਾਂ ਦੇ ਦਰਸ਼ਨ ਕਰਾਂ, ਮੱਥਾ ਟੇਕ ਕੇ ਆਵਾਂ। ਤੇ ਕਿਰਪਾ ਕਰੋ ਜੀ, ਆਪ ਜੀ ਮੈਨੂੰ ਆਗਿਆ ਬਖਸ਼ਿਸ਼ ਕਰ ਦੇਵੋ। ਜੇ ਤਾਂ ਤੁਸੀਂ ਮੈਨੂੰ ਕਹੋ ਤੇ ਮੈਂ ਤੁਹਾਨੂੰ ਪਹਿਲਾਂ ਆ ਕੇ ਮਿਲ ਲਵਾਂਗਾ, ਤੇ ਜੇ ਤੁਸੀਂ ਕਹੋ ਪਹਿਲਾਂ ਮੈਂ ਲਾਹੌਰ ਚਲਾ ਜਾਵਾਂਗਾ ਤੇ ਲਾਹੌਰ ਉੱਥੇ ਜ਼ਿਆਰਤ ਕਰਕੇ ਕਬਰ ਤੇ ਜਾ ਕੇ ਤੇ ਬਾਅਦ ਵਿੱਚ ਫਿਰ ਮੈਂ ਤੁਹਾਨੂੰ ਮਿਲ ਲਵਾਂਗਾ। ਪਰ ਅਸੀਂ ਲਾਹੌਰ ਜਾਣਾ ਚਾਹੁੰਦੇ ਹਾਂ, ਕਿਉਂਕਿ ਰਸਤਾ ਤਾਂ ਇਹੀ ਜਾਂਦਾ ਸੀ ਨਾ ਦਿੱਲੀ ਤੋਂ ਤੇ ਸਿੱਧਾ ਲਾਹੌਰ ਨੂੰ, ਜਿਹੜਾ ਮੇਨ ਆ GT ਰੋਡ ਅੱਜ ਕੱਲ੍ਹ ਮੌਜੂਦ ਹੈ, ਇਹੀ ਸ਼ਾਹੀ ਰਸਤਾ ਸੀਗਾ। ਇੱਥੋਂ ਨਿਕਲਦੇ ਸਨ, ਸਰਹੰਦ ਦੇ ਵਿੱਚੋਂ ਦੀ ਹੋ ਕੇ ਜਾਂਦੇ ਸਨ। ਹੁਣ ਉਹ ਕਹਿੰਦੇ ਵੀ ਸਰਹੰਦ ਤੇ ਤੁਹਾਡਾ ਕਬਜ਼ਾ ਹੈ ਤੇ ਸਰਹੰਦ ਦੇ ਵਿੱਚੋਂ ਅਸੀਂ ਨਿਕਲਣਾ ਚਾਹੁੰਦੇ ਹਾਂ ਫੌਜਾਂ ਦੇ ਸਮੇਤ। ਤੇ ਕਿਰਪਾ ਕਰੋ ਵੀ ਸਾਨੂੰ ਸਰਹੰਦ ਤੋਂ ਲੈ ਕੇ ਨਾ ਲਾਹੌਰ ਤੱਕ ਦਾ ਰਾਹ ਦੇ ਦਿਓ, ਤਾਂ ਕਿ ਮੈਂ ਆਪਣੀਆਂ ਫੌਜਾਂ ਲੈ ਕੇ ਲਾਹੌਰ ਜਾ ਸਕਾਂ। ਕਿਰਪਾ ਕਰ ਦਿਓ ਵੀ ਇਹ ਜਿਹੜਾ ਅੱਧਾ ਪੰਜਾਬ ਮੁਲਕ ਸਾਨੂੰ ਦੇ ਦਿਓ, ਅਸੀਂ ਕੇਵਲ ਰਾਹ ਹੀ ਲੈਣਾ, ਕਬਜ਼ਾ ਨਹੀਂ ਕਰਨਾ। ਕਿਉਂਕਿ ਇਹਦੇ ਨਾਲ ਫੌਜਾਂ ਬਹੁਤ ਜ਼ਿਆਦੀਆਂ ਸਨ, ਇਸ ਕਰਕੇ ਉਹ ਚਾਹੁੰਦਾ ਸੀ ਵੀ ਮੈਨੂੰ ਇੱਥੋਂ ਰਾਹ ਦਿੱਤਾ ਜਾਏ ਨਿਕਲਣ ਵਾਸਤੇ, ਅੱਧਾ ਪੰਜਾਬ ਮੈਨੂੰ ਦੇ ਦਿਓ। ਬਾਕੀ ਜਿਹੜਾ ਇਹ ਪਰਬਤ ਦਾ ਇਲਾਕਾ ਇਹ ਤੁਸੀਂ ਆਪ ਰੱਖ ਲਓ ਵੀ ਸਾਨੂੰ ਪਰਬਤ ਦਾ ਇਲਾਕਾ ਨਹੀਂ ਚਾਹੀਦਾ। ਬਾਕੀ ਜਦੋਂ ਤੁਸੀਂ ਸਾਨੂੰ ਸੱਦੋਗੇ ਅਸੀਂ ਉਦੋਂ ਤੁਹਾਨੂੰ ਮਿਲਣ ਵਾਸਤੇ ਆ ਜਾਵਾਂਗੇ, ਤੇ ਜੇ ਤੁਸੀਂ ਨਹੀਂ ਚਾਹੋਗੇ ਤੇ ਅਸੀਂ ਲਾਂਭੇ ਲਾਂਭੇ ਹੋ ਕੇ ਨਿਕਲ ਜਾਵਾਂਗੇ, ਵੀ ਤੁਹਾਡੇ ਕੋਲ ਨਹੀਂ ਆਵਾਂਗੇ। ਤੁਹਾਡੀ ਮਰਜ਼ੀ ਹੈ, ਭਾਵੇਂ ਪਹਿਲਾਂ ਬੁਲਾ ਲਓ ਭਾਵੇਂ ਬਾਅਦ ਚ ਬੁਲਾ ਲਓ। ਜੇ ਬੁਲਾਓਗੇ ਤੇ ਆ ਜਾਵਾਂਗੇ, ਨਹੀਂ ਤਾਂ ਲਾਂਭੇ ਲਾਂਭੇ ਹੋ ਕੇ ਨਾ ਇੱਕ ਪਾਸਿਓਂ ਦੀ ਨਿਕਲ ਜਾਵਾਂਗੇ। ਪਰ ਕਿਰਪਾ ਕਰੋ ਜੀ ਸਾਨੂੰ ਲਾਹੌਰ ਜਾਣ ਦਾ ਰਾਹ ਬਖਸ਼ ਦਿਓ। ਅਸੀਂ ਸਰਹੰਦ ਨੂੰ ਵਿੱਚ ਘਰ ਰੱਖ ਕੇ ਨਾ ਸਰਹੰਦ ਦੇ ਵਿੱਚੋਂ ਦੀ ਲਾਹੌਰ ਨੂੰ ਜਾਣਾ ਚਾਹੁੰਦੇ ਹਾਂ। ਇਹ ਬਚਨ ਕਹਿ ਕੇ ਸਾਧ ਸੰਗਤ ਜੀ ਉਹਨੇ ਇੱਕ ਸਿੱਖ ਸੀਗਾ, ਉਹਨੂੰ ਚਿੱਠੀ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਪਾਸ ਭੇਜਿਆ ਹੈ। ਉਸ ਸਿੰਘ ਨੇ ਜਾ ਕੇ ਹੱਥ ਜੋੜ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਚਿੱਠੀ ਦਿੱਤੀ ਹੈ ਤੇ ਸਾਰੀ ਗੱਲ ਸੁਣਾ ਦਿੱਤੀ ਹੈ। ਖੈਰ ਅੱਗੋਂ ਬਾਬਾ ਬੰਦਾ ਸਿੰਘ ਬਹਾਦਰ ਤਾਂ ਪਹਿਲਾਂ ਹੀ ਜਾਣੀ ਜਾਣ ਸਨ, ਉਹ ਸਾਰੀ ਗੱਲ ਪਹਿਲਾਂ ਹੀ ਸਮਝ ਗਏ। ਉਹਨਾਂ ਨੇ ਬਹਾਦਰ ਸ਼ਾਹ ਦੀ ਅੰਦਰ ਦੀ ਜਿਹੜੀ ਸਾਰੀ ਗੱਲ ਸੀ ਨਾ ਉਹਨੂੰ ਪਛਾਣ ਲਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਵੀ ਬਹਾਦਰ ਸ਼ਾਹ ਨਾਲ ਮਿਲਣ ਦਾ ਪੱਜ ਬਣਾਉਂਦਾ ਹੈ। ਉਹਨੇ ਲਾਹੌਰ ਨਹੀਂ ਜਾਣਾ, ਉਹ ਸਾਨੂੰ ਮਿਲਣ ਦਾ ਪੱਜ ਬਣਾਉਂਦਾ ਹੈ। ਉਹ ਸਾਡੇ ਤੋਂ ਡਰਦਾ ਮਾਰਾ ਲਾਹੌਰ ਨਹੀਂ ਜਾਂਦਾ। ਜੇ ਉਹਨੇ ਜਾਣਾ ਹੋਵੇ ਇੰਨੀਆਂ ਫੌਜਾਂ ਉਹਦੇ ਨਾਲ ਨਹੀਂ, ਉਹ ਜਾ ਹੀ ਸਕਦਾ, ਪਰ ਉਹ ਡਰਦਾ ਹੈ ਖਾਲਸੇ ਤੋਂ, ਇਸ ਕਰਕੇ ਉਹ ਲਾਹੌਰ ਨਹੀਂ ਜਾਣਾ ਚਾਹੁੰਦਾ। ਤੇ ਮਿਲਣ ਦਾ ਤਾਂ ਕੇਵਲ ਇੱਕ ਬਹਾਨਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਨਾਲ ਮਿਲ ਕੇ ਸਲਾਹ ਮਸ਼ਵਰਾ ਕੀਤਾ, ਉਹਨਾਂ ਨੇ ਮਤਾ ਪਕਾਇਆ, ਗੁਰਮਤਾ ਕੀਤਾ ਵੀ ਕਿੱਦਾਂ ਕਰਨਾ ਚਾਹੀਦਾ। ਅਖੀਰ ਖਾਲਸੇ ਨੇ ਫੈਸਲਾ ਕੀਤਾ ਵੀ ਬਹਾਦਰ ਸ਼ਾਹ ਨੂੰ ਜਾਣ ਦਿਓ। ਜੇ ਲਾਹੌਰ ਜਾਣਾ ਚਾਹੁੰਦਾ ਵੀ ਕੋਈ ਗੱਲ ਨਹੀਂ, ਵੀ ਆਪਾਂ ਇਹਦਾ ਰਾਹ ਨਹੀਂ ਰੋਕਣਾ। ਜੇ ਬੇਈਮਾਨ ਹੋ ਗਿਆ ਨਾ ਪੰਜਾਬ ਦੇ ਵਿੱਚ ਆ ਕੇ, ਫਿਰ ਇਹਨੂੰ ਮਾਰ ਦਿਆਂਗੇ, ਖਤਮ ਕਰ ਦਿਆਂਗੇ। ਜਿੰਨੀ ਦੇਰ ਤੱਕ ਇਹ ਅੰਦਰੋਂ ਇਮਾਨਦਾਰ ਹੈ, ਇਹਦੀ ਭਾਵਨਾ ਸੱਚੀ ਹੈ, ਓਨੀ ਦੇਰ ਤੱਕ ਆਪਾਂ ਇਹਨੂੰ ਕੁਝ ਨਹੀਂ ਕਹਿੰਦੇ। ਬਾਬਾ ਬੰਦਾ ਸਿੰਘ ਬਹਾਦਰ ਨੇ ਚਿੱਠੀ ਦਾ ਜਵਾਬ ਦਿੱਤਾ, ਬਹਾਦਰ ਸ਼ਾਹ ਅਸੀਂ ਤੇਰੀ ਕਈ ਗੱਲ ਮੰਨ ਲਈ ਹੈ, ਯਾਦ ਰੱਖੀ ਜੇ ਤੇਰਾ ਈਮਾਨ ਸਾਬਤ ਨਾ ਰਹਿਆ ਫਿਰ ਅਸੀਂ ਤੈਨੂੰ ਝੂਠਾ ਕਰਕੇ ਮਾਰਾਂਗੇ। ਜੇ ਤੂੰ ਝੂਠਾ ਹੋ ਗਿਆ ਫਿਰ ਤੈਨੂੰ ਮਾਰਾਂਗੇ। ਜੇ ਤੇਰਾ ਈਮਾਨ ਸਾਬਤ ਰਿਹਾ ਤੇ ਪੰਜਾਬ ਦੇ ਵਿੱਚ ਕੋਈ ਤੇਰੇ ਵੱਲ ਉਂਗਲ ਨਹੀਂ ਕਰੇਗਾ। ਮੈਂ ਕੇਵਲ ਇੱਕੋ ਗੱਲ ਤੇ ਤੈਨੂੰ ਰਸਤਾ ਦੇਣ ਲੱਗਾ, ਇੱਕੋ ਗੱਲ ਤੇ। ਵੇਖੋ ਸਿੰਘਾਂ ਦਾ ਵੀ ਈਮਾਨ ਕਿੰਨਾ ਵੱਡਾ ਹੈ। ਕਿਹੜੀ ਗੱਲ ਤੇ? ਤੂੰ ਇਹ ਆਖਿਆ ਕਿ ਮੈਂ ਵੀ ਗੁਰੂ ਦਾ ਸਿੱਖ ਹਾਂ, ਜਿਸ ਗੁਰੂ ਦਾ ਤੂੰ ਸਿੱਖ ਹੈ। ਮੈਂ ਇਸ ਗੱਲ ਕਰਕੇ ਤੈਨੂੰ ਰਾਹ ਦੇਣ ਲੱਗਾ। ਉਂਝ ਮੈਂ ਤੇਰੀ ਗੱਲ ਤੇ ਭਰੋਸਾ ਨਹੀਂ ਕਰਦਾ, ਪਰ ਜਿਹੜੀ ਤੂੰ ਗੁਰੂ ਵਾਲੀ ਗੱਲ ਕਰ ਦਿੱਤੀ ਹੈ
ਉਹ ਗੱਲ ਨਹੀਂ ਮੈਂ ਮੋੜ ਸਕਦਾ। ਗੁਰੂ ਦਾ ਵਾਸਤਾ ਜੇ ਕੋਈ ਪਾ ਦੇ ਨਾ ਸਿੱਖ ਨੂੰ, ਫਿਰ ਤਾਂ ਰਾਜ ਵੀ ਦੇ ਦਿੰਦੇ ਨੇ ਵੀ ਲੈ ਜਾਓ ਭਾਈ। ਇਹੋ ਜਿਹੇ ਸਿੱਖ ਹੁੰਦੇ ਨੇ, ਜਦੋਂ ਗੁਰੂ ਦਾ ਵਾਸਤਾ ਪੈ ਜਾਏ ਫਿਰ ਨਹੀਂ ਪਿੱਛੇ ਹਟਦੇ। ਆ ਜਿਹੜੀ ਗੁਰੂ ਵਾਲੀ ਗੱਲ ਕੀਤੀ ਹੈ ਬਹਾਦਰ ਸ਼ਾਹ, ਮੈਂ ਇਸ ਗੱਲ ਕਰਕੇ ਤੈਨੂੰ ਵਾਪਸ ਨਹੀਂ ਮੋੜ ਸਕਦਾ। ਜੇ ਤੂੰ ਲਾਹੌਰ ਜਾਣਾ ਚਾਹੁੰਦਾ ਤੇ ਬੇਸ਼ੱਕ ਲੰਘ ਜਾ। ਉਹ ਜਿਹੜਾ ਸਿੰਘ ਸੀ ਉਹਨੇ ਵਾਪਸ ਆ ਕੇ ਜਿਹੜੀ ਚਿੱਠੀ ਸੀ ਉਹ ਬਹਾਦਰ ਸ਼ਾਹ ਨੂੰ ਦੇ ਦਿੱਤੀ ਹੈ। ਸਾਰੀ ਗੱਲ ਸੁਣਾ ਦਿੱਤੀ ਤੇ ਬਹਾਦਰ ਸ਼ਾਹ ਦੀ ਚਿੰਤਾ ਮੁੱਕ ਗਈ ਹੈ। ਇਹ ਗੱਲ ਸੁਣ ਕੇ ਤੁਰਕਾਂ ਦੇ ਮਨ ਦੇ ਵਿੱਚ ਬੜੀ ਵਧਾਈ ਵੱਜਣ ਲੱਗ ਪਈ, ਬੜਾ ਆਨੰਦ ਖੁਸ਼ੀ ਪੈਦਾ ਹੋ ਗਈ ਹੈ। ਉਹਨਾਂ ਨੇ ਹੁਣ ਕੁਝ ਕੁ ਜੀਵਨ ਦੀ ਆਸ ਜਿਹੜੀ ਹੈ ਨਾ ਮਨ ਵਿੱਚ ਧਾਰਨ ਕਰ ਲਈ ਵੀ ਪੰਜਾਬ ਜਾ ਕੇ ਵੀ ਜਿਉਂਦੇ ਰਹਿ ਸਕਦੇ ਹਾਂ। ਜਿੰਨਾ ਵੀ ਆ ਪਹਾੜੀ ਇਲਾਕਾ ਸੀ ਨਾ, ਜਿੱਧਰ ਅਨੰਦਪੁਰ ਸਾਹਿਬ ਹੋ ਗਿਆ, ਇਹ ਸਾਰਾ ਇਲਾਕਾ ਜਿਹੜਾ ਸੀਗਾ ਬੰਦਾ ਸਿੰਘ ਬਹਾਦਰ ਨੇ ਆਪਣੇ ਕਾਬੂ ਵਿੱਚ ਰੱਖ ਲਿਆ। ਤੇ ਬਾਕੀ ਜਿਹੜਾ ਪੰਜਾਬ ਦਾ ਰਾਹ ਸੀ, ਜਿੱਦਾਂ ਪਾਣੀਪਤ, ਸਰਹੰਦ ਹੋ ਗਿਆ, ਇਹ ਵਿਚਲਾ ਰਸਤਾ ਨਾ ਖਾਲੀ ਕਰ ਦਿੱਤਾ ਉਹਨਾਂ ਨੇ ਵੀ ਚਲੋ ਬਹਾਦਰ ਸ਼ਾਹ ਇੱਥੋਂ ਲੰਘ ਕੇ ਲਾਹੌਰ ਚਲਾ ਜਾਏਗਾ। ਪੰਜਾਬ ਦਾ ਕੁਝ ਕੁ ਹਿੱਸਾ ਛੱਡ ਦਿੱਤਾ, ਸਾਰੇ ਪੰਜਾਬ 'ਚੋਂ ਕਬਜ਼ਾ ਨਹੀਂ ਛੱਡਿਆ, ਕੁਝ ਹਿੱਸਾ ਉਹਨਾਂ ਨੇ ਛੱਡ ਦਿੱਤਾ ਹੈ। ਤੇ ਬਾਕੀ ਜਿੰਨਾ ਵੀ ਪਹਾੜੀ ਇਲਾਕਾ ਸੀ ਉਹ ਉਹਨਾਂ ਨੇ ਪੰਥ ਨੇ ਆਪਣੇ ਕਬਜ਼ੇ ਵਿੱਚ ਰੱਖਿਆ ਹੈ। ਇਸੇ ਪ੍ਰਕਾਰ ਉਹਨਾਂ ਨੇ ਹਰ ਪਾਸੇ ਕਿਲੇ ਬਣਾਏ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਕਿਲਿਆਂ ਵਿੱਚ ਨਿਸ਼ਾਨ ਗੱਡ ਕੇ ਤੇ ਬੰਦਾ ਸਿੰਘ ਬਹਾਦਰ ਆਪ ਪਰਬਤੀ ਇਲਾਕੇ ਵਿੱਚ ਚਲੇ ਗਏ ਹਨ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ 3 ਕਿਲੇ ਪਹਿਲਾਂ ਬਣਾਏ ਉਹਨਾਂ ਨੇ। ਕਹਿੰਦੇ ਇੱਕ ਗੜੀ ਉਹਨਾਂ ਨੇ ਸਢੋਰੇ ਵਿੱਚ ਬਣਾਈ ਹੈ। ਇਸੇ ਪ੍ਰਕਾਰ ਉਹਨੂੰ ਲੋਹ ਗੜੀ ਕਹਿੰਦੇ ਹਨ। ਇਸ ਤਰ੍ਹਾਂ ਉਹਨਾਂ ਨੇ 2 ਜਿਹੜੇ ਕਿਲੇ ਸਨ ਉਹ ਦੁਆਬੇ ਦੇ ਇਲਾਕੇ ਵਿੱਚ ਪਹਾੜਾਂ ਦੀ ਦੂਣ 'ਚ ਬਣਾਏ ਹਨ। ਇੱਕ ਤਾਂ ਜਿਹੜਾ ਜਸਵਾਲ ਦਾ ਇਲਾਕਾ ਸੀ, ਜਸਵਾਲ ਦੀ ਰਿਆਸਤ ਸੀ, ਇੱਕ ਕਿਲਾ ਉੱਥੇ ਬਣਾਇਆ ਤੇ ਇੱਕ ਕਿਲਾ ਉਹਨਾਂ ਨੇ ਕਹਿਲੂਰ ਦੇ ਇਲਾਕੇ ਵਿੱਚ ਬਣਾਇਆ ਸੀ, ਜਿੱਥੇ ਪਹਿਲਾਂ ਰਾਜਾ ਭੀਮ ਚੰਦ ਰਾਜ ਕਰਦਾ ਹੈ। ਇਧਰ ਜੰਮੂ ਦਾ ਇਲਾਕਾ ਸੀ ਤੇ ਜੰਮੂ ਦੇ ਨੇੜੇ ਪਠਾਨਕੋਟ ਪੈਂਦਾ ਹੈ। ਇਸ ਤਰ੍ਹਾਂ ਜਿਹੜੇ ਸਿੰਘ ਸਨ ਉਹਨਾਂ ਨੇ ਕਿਲਿਆਂ ਦੀ ਲੜੀਬੰਦ ਕੀਤੀ ਹੋਈ ਸੀ ਵੀ ਜੇ ਮਦਦ ਦੀ ਲੋੜ ਹੋਵੇ ਤੇ ਆਪਾਂ ਇੱਕ ਤੋਂ ਦੂਜੇ ਕਿਲੇ ਦੇ ਵਿੱਚੋਂ ਮਦਦ ਲੈ ਸਕਦੇ ਹਾਂ। ਇਸ ਤਰੀਕੇ ਨਾਲ ਲੜੀ ਦੇ ਵਿੱਚ ਉਹਨਾਂ ਨੇ ਕਿਲੇ ਬਣਾਏ ਸਨ ਤੇ ਜਿੰਨੇ ਵੀ ਸਿੰਘ ਸਨ ਉਹ ਸਾਰੇ ਸਿੰਘ ਕਿਲਿਆਂ ਦੇ ਵਿੱਚ ਜਾ ਕੇ ਬਹਿ ਗਏ ਹਨ। ਇੱਧਰ ਜਦੋਂ ਬਹਾਦਰ ਸ਼ਾਹ ਨੇ ਸੁਣਿਆ ਵੀ ਬੰਦਾ ਬਹਾਦਰ ਪਹਾੜੀ ਇਲਾਕੇ ਵਿੱਚ ਚਲਾ ਗਿਆ ਹੈ, ਫਿਰ ਬਹਾਦਰ ਸ਼ਾਹ ਫੌਜਾਂ ਲੈ ਕਰਕੇ ਪੰਜਾਬ ਨੂੰ ਚੜ੍ਹ ਪਿਆ ਹੈ। ਇਸ ਤਰ੍ਹਾਂ ਉਹਨੇ ਆਪਣੀ ਫੌਜ ਮੂਹਰੇ ਲਾ ਕੇ ਤੋਰ ਲਈ ਹੈ। ਹੁਣ ਉਹ ਬੰਦੇ ਬਹਾਦਰ ਦੇ ਦਿਲ ਦੀ ਮੌਜ ਵੀ ਵੇਖਣਾ ਚਾਹੁੰਦਾ। ਫੌਜ ਇਸ ਕਰਕੇ ਮੂਹਰੇ ਕਰ ਲਈ ਵੀ ਮੈਂ ਪਿੱਛੇ ਰਵਾਂ, ਅੱਗੇ ਜਾ ਕੇ ਕਿਤੇ ਬੰਦਾ ਸਿੰਘ ਬਹਾਦਰ ਹਮਲਾ ਨਾ ਕਰ ਦੇ। ਉਹਦਾ ਕੀ ਪਤਾ ਵੀ ਮੇਰੇ ਤੇ ਹਮਲਾ ਕਰ ਦੇ। ਉਹ ਜਾਣਨਾ ਚਾਹੁੰਦਾ ਸੀਗਾ ਬੰਦਾ ਬਹਾਦਰ ਦੇ ਹਿਰਦੇ ਦੀ ਗੱਲ, ਇਸ ਕਰਕੇ ਫੌਜਾਂ ਮੂਹਰੇ ਲਾ ਕੇ ਤੁਰ ਪਿਆ। ਜਾਣਨਾ ਚਾਹੁੰਦਾ ਸੀ ਵੀ ਬੰਦਾ ਬਹਾਦਰ ਦੀ ਕਿੱਦਾਂ ਦੀ ਮਰਜ਼ੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਉਹਦੀ ਇੱਛਾ ਸੀ, ਗਰਜ ਸੀ ਬਹਾਦਰ ਸ਼ਾਹ ਦੀ। ਉਹ ਵੇਖਣਾ ਚਾਹੁੰਦਾ ਸੀ ਵੀ ਬੰਦਾ ਬਹਾਦਰ ਮੇਰੇ ਪੰਜਾਬ ਜਾਣ ਤੇ ਕੀ ਕਰੇਗਾ। ਇੱਧਰ ਜਿਹੜਾ ਪਾਣੀਪਤ ਦੇ ਵਿੱਚ ਨਿਸ਼ਾਨ ਸਾਹਿਬ ਲਗਾਇਆ ਗਿਆ ਸੀ, ਜਿਹਦਾ ਜ਼ਿਕਰ ਪਿੱਛੇ ਆਪਾਂ ਕਈ ਵਾਰੀ ਸੁਣ ਚੁੱਕੇ ਹਾਂ, ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਗੱਡਿਆ ਸੀ। ਉੱਥੇ ਕੋਈ ਤੁਰਕ ਨਹੀਂ ਸੀ ਆ ਸਕਦਾ ਉਹਦੇ ਨਜ਼ਦੀਕ। ਹੁਣ ਜੇ ਨਿਸ਼ਾਨ ਸਾਹਿਬ ਉੱਥੇ ਹੁੰਦਾ ਤੇ ਬਹਾਦਰ ਸ਼ਾਹ ਕਿਵੇਂ ਲੰਘਦਾ। ਇਸ ਕਰਕੇ ਬੰਦਾ ਸਿੰਘ ਬਹਾਦਰ ਨੇ ਹੁਕਮ ਦਿੱਤਾ ਵੀ ਜਾਓ ਸਿੰਘੋ, ਜਾ ਕੇ ਉਹ ਨਿਸ਼ਾਨ ਸਾਹਿਬ ਪੱਟ ਲਿਆਓ ਤਾਂ ਕਿ ਬਹਾਦਰ ਸ਼ਾਹ ਇੱਥੋਂ ਲੰਘ ਜਾਵੇ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਹੁਕਮ ਦੇ ਕੇ ਉਹ ਨਿਸ਼ਾਨ ਸਾਹਿਬ ਉੱਥੋਂ ਪਟਵਾ ਲਏ ਹਨ। ਤੁਰਕ ਜਿਹੜੇ ਸਨ ਪਾਣੀਪਤ ਦਾ ਇਲਾਕਾ ਲੰਘ ਆਏ ਹਨ। ਤੁਰਕਾਂ ਨੇ ਕਰਨਾਲ ਦੇ ਵਿੱਚ ਆ ਕੇ ਆਪਣਾ ਡੇਰਾ ਲਾ ਲਿਆ ਹੈ।
ਉੱਥੇ ਨਾ ਤਰਾਵੜੀ ਦਾ ਇਲਾਕਾ ਸੀਗਾ। ਤਰਾਵੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਵੀ ਹੈ, ਜਿੱਥੇ ਬਾਬਾ ਜੀਵਨ ਸਿੰਘ ਜੀ ਯਾਨੀ ਕਿ ਭਾਈ ਜੈਤਾ ਜੀ ਨੇ ਪਹਿਲਾ ਪੜਾਅ ਕੀਤਾ ਸੀ ਜਦੋਂ ਮਹਾਰਾਜ ਦਾ ਉਹ ਸੀਸ ਲੈ ਕੇ ਆਏ ਸਨ। ਧੋਬੀ ਦੇਵਾ ਰਾਮ ਸੀ ਉਹਦੇ ਘਰ ਦੇ ਵਿੱਚ, ਉਹਨਾਂ ਨੇ ਉੱਥੇ ਜਾ ਕੇ ਮਹਾਰਾਜ ਦਾ ਸੀਸ ਟਿਕਾਇਆ ਸੀ ਤਰਾਵੜੀ। ਤੇ ਤਰਾਵੜੀ ਸਿੱਖਾਂ ਦੇ ਬਹੁਤ ਸਾਰੇ ਘਰ ਸਨ। ਤੇ ਜਦੋਂ ਬਹਾਦਰ ਸ਼ਾਹ ਨੇ ਉੱਥੇ ਜਾ ਕੇ ਆਪਣਾ ਡੇਰਾ ਲਾਇਆ ਹੈ, ਤਰਾਵੜੀ ਦੇ ਵਿੱਚ ਸਿੰਘਾਂ ਨੇ ਆਪਣਾ ਠਾਣਾ ਬਣਾਇਆ ਹੋਇਆ ਸੀ ਉਸ ਜਗ੍ਹਾ ਦੇ ਉੱਤੇ। ਤੇ ਸਾਧ ਸੰਗਤ ਜੀ, ਸੁਭਾਵਕ ਹੈ ਵੀ ਉੱਥੇ ਸ਼ੁਰੂ ਤੋਂ ਹੀ ਸਿੰਘਾਂ ਦੇ ਸਿੱਖਾਂ ਦੇ ਕਾਫੀ ਘਰ ਸਨ, ਕਾਫੀ ਸਿੱਖ ਰਹਿੰਦੇ ਸਨ। ਵੇਖੋ ਤੁਰਕ ਹੋ ਗਏ ਨਾ ਬੇਈਮਾਨ, ਫਿਰ ਉਹਨਾਂ ਨੇ ਆ ਕੇ ਘੇਰਾ ਪਾ ਲਿਆ ਸਿੰਘਾਂ ਨੂੰ ਤਰਾਵੜੀ ਦੇ ਵਿੱਚ ਆ ਕੇ। ਪਹਿਲਾਂ ਮਿੰਨਤਾਂ ਕਰਦੇ ਸਨ, ਪਰ ਜਦੋਂ ਪੰਜਾਬ ਆਏ ਤੇ ਸਿੰਘਾਂ ਨੂੰ ਘੇਰਾ ਪਾ ਲਿਆ। ਤੇ ਭਾਈ ਰਤਨ ਸਿੰਘ ਜੀ ਲਿਖਦੇ ਵੀ ਠਾਣੇ ਨੂੰ ਘੇਰਾ ਪਾ ਲਿਆ, ਤੇ ਉੱਥੇ ਠਾਣੇ ਅੰਦਰ ਥੋੜ੍ਹੇ ਜਿਹੇ ਸਿੰਘ ਸਨ, ਬਹੁਤੀ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਸੀ। ਉਹਨਾਂ ਨੇ ਲੜਾਈ ਵੀ ਕੀਤੀ, ਜੰਗ ਵੀ ਕੀਤਾ, ਜਿੰਨਾ ਕੁ ਹੋ ਸਕਿਆ ਉਹਨਾਂ ਨੇ ਭੇੜ ਕੀਤਾ ਇਹਨਾਂ ਦੇ ਨਾਲ। ਪਰ ਉਹ ਸ਼ਾਹੀ ਫੌਜ ਗਿਣਤੀ ਵਿੱਚ ਜ਼ਿਆਦਾ ਸੀ, ਤੇ ਉਹਨਾਂ ਨੇ ਸੋਚਿਆ ਵੀ ਇੱਥੋਂ ਹੁਣ ਨਿਕਲਣ ਦਾ ਹੀ ਫਾਇਦਾ ਆ, ਨਹੀਂ ਤਾਂ ਸਾਰੇ ਸ਼ਹੀਦ ਹੋ ਜਾਵਾਂਗੇ। ਇਸ ਕਰਕੇ ਉਹ ਵਕਤ ਵਿਚਾਰ ਕੇ ਸਿੰਘ ਨਾ ਉੱਥੋਂ ਨਿਕਲ ਗਏ ਹਨ। ਹੁਣ ਪਹਿਲਾਂ ਉਹਨਾਂ ਨੇ ਉੱਥੇ ਕਬਜ਼ਾ ਕੀਤਾ। ਜਿਹੜੇ ਸਿੰਘ ਤਰਾਵੜੀ ਤੋਂ ਨਿਕਲੇ ਸਨ ਤੇ ਜਿਹੜੀ ਫੌਜ ਆ ਉਹਨਾਂ ਸਿੰਘਾਂ ਦੇ ਮਗਰ ਮਗਰ ਆਈ ਹੈ, ਉਹ ਜਿਹੜੇ ਸਿੰਘ ਸਰਹੰਦ ਆ ਗਏ, ਫੌਜ ਵੀ ਮਗਰ ਮਗਰ ਸਰਹੰਦ ਆ ਗਈ, ਤੇ ਫਿਰ ਸਰਹੰਦ ਆ ਕੇ ਲੜਾਈ ਹੋਈ ਹੈ। ਸਭ ਤੋਂ ਵੱਡਾ ਮਸਲਾ ਇਹ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੀ ਮਦਦ ਨਹੀਂ ਕੀਤੀ। ਉਹ ਉਡੀਕਦੇ ਰਹੇ ਵੀ ਬੰਦਾ ਸਿੰਘ ਹੁਣ ਆਉਂਦਾ, ਪਰ ਬਾਬਾ ਬੰਦਾ ਸਿੰਘ ਬਹਾਦਰ ਆਇਆ ਨਹੀਂ, ਕਿਉਂਕਿ ਮਤਭੇਦ ਉਦੋਂ ਕਰੀਬਨ ਬਣ ਗਿਆ ਸੀ ਸਿੰਘਾਂ ਦਾ। ਦੋ ਹਿੱਸੇ ਬਣ ਗਏ ਸਨ। ਬੰਦਾਈ ਖਾਲਸਾ ਉਹ ਸਨ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਦੇ ਸਨ। ਉਹਨਾਂ ਨੇ ਫਤਿਹ ਬੁਲਾਣੀ ਜਿਹੜੀ ਸੀ ਨਾ ਬੰਦ ਕਰ ਦਿੱਤੀ ਸੀ ਬੰਦਾ ਸਿੰਘ ਬਹਾਦਰ ਨੇ, ਤੇ ਫਤਿਹ ਦਰਸ਼ਨ ਕਰ ਦਿੱਤੀ ਸੀ। ਆਪਾਂ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹਨਾਂ ਨੇ ਕਰ ਦਿੱਤਾ ਸੀ ਫਤਿਹ ਦਰਸ਼ਨ। ਔਰ ਇਤਿਹਾਸ ਵਿੱਚ ਇਹ ਵੀ ਬਚਨ ਪੜ੍ਹਨ ਨੂੰ ਮਿਲਦਾ ਵੀ ਉਹਨਾਂ ਨੇ ਲੰਗਰ ਵਿੱਚੋਂ ਪਿਆਜ਼ ਬੰਦ ਕਰ ਦਿੱਤਾ ਸੀ, ਕਿਉਂਕਿ ਪਹਿਲਾਂ ਬੈਰਾਗੀ ਰਹੇ ਨੇ ਤੇ ਉਹਨਾਂ ਨੇ ਮਨਾ ਕਰ ਦਿੱਤਾ। ਵੈਸ਼ਨੂ ਮੱਤ ਵਿੱਚ ਵਰਤਦੇ ਨਹੀਂ ਨਾ ਪਿਆਜ਼, ਉਹ ਕਹਿੰਦੇ ਵੀ ਇਹ ਸ਼ਾਇਦ ਮਾਸ ਦੇ ਸਮਾਨ ਆ, ਉਹਨਾਂ ਦੀ ਬਿਰਤੀ ਆਪਣੀ ਹੈ। ਪਰ ਸਾਧ ਸੰਗਤ ਜੀ, ਖਾਲਸਾ ਇਸ ਗੱਲ ਤੋਂ ਨਾਰਾਜ਼ ਹੋ ਗਿਆ। ਇੱਕ ਉਹ ਖਾਲਸੇ ਦੀ ਗੱਲ ਨਹੀਂ ਸੀ ਮੰਨਦੇ, ਆਪ ਗੁਰੂ ਬਣ ਬੈਠੇ, ਫਤਿਹ ਦਰਸ਼ਨ ਕਰ ਦਿੱਤਾ, ਤੇ ਦੋ ਧੜੇ ਬਣ ਗਏ। ਇੱਕ ਦਾ ਮੁਖੀ ਬਾਬਾ ਬੰਦਾ ਸਿੰਘ ਬਹਾਦਰ ਬੰਦਈ ਖਾਲਸਾ, ਤੇ ਦੂਜਾ ਜਿਹੜਾ ਧੜਾ ਸੀ ਉਹਦਾ ਮੁਖੀ ਬਾਬਾ ਵਿਨੋਦ ਸਿੰਘ ਜੀ ਸਨ, ਤੇ ਉਹ ਸੀ ਤਤ ਖਾਲਸਾ। ਨਿਹੰਗ ਸਿੰਘ ਮਹਾਰਾਜ ਕਲਗੀਧਰ ਜੀ ਨੇ ਜਿਸ ਖਾਲਸੇ ਨੂੰ ਸਾਜਿਆ ਉਹ ਤਤ ਖਾਲਸਾ ਸੀਗਾ। ਤੇ ਜਿਹੜੇ ਸਿੰਘ ਹੁਣ ਸਰਹੰਦ ਵਿੱਚ ਸੀ, ਬਾਬਾ ਬਾਜ ਸਿੰਘ ਉਹ ਸੂਬੇਦਾਰ ਸਨ ਸਰਹੰਦ ਦੇ। ਉੱਥੇ ਤਰਾਵੜੀ ਤੋਂ ਸਿੰਘ ਆ ਗਏ, ਜੰਗ ਹੋਇਆ, ਤੇ ਬਾਬਾ ਬੰਦਾ ਸਿੰਘ ਨੇ ਉਹਨਾਂ ਦੀ ਮਦਦ ਨਹੀਂ ਕੀਤੀ। ਉਹ ਉਡੀਕਦੇ ਰਹੇ ਵੀ ਚਲੋ ਬਾਬਾ ਬੰਦਾ ਸਿੰਘ ਬਹਾਦਰ ਹੁਣ ਆਵੇਗਾ। ਜਿੰਨਾ ਕੁ ਉਹਨਾਂ ਦੇ ਵਿੱਚ ਬਲ ਸੀ, ਜਿੰਨੀ ਕੁ ਫੌਜ ਸੀ, ਉਹਦੇ ਮੁਤਾਬਕ ਉਹ ਲੜਦੇ ਰਹੇ। ਅਖੀਰ ਸਿੰਘਾਂ ਨੂੰ ਸਰਹੰਦ ਛੱਡਣੀ ਪੈ ਗਈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮਦਦ ਲਈ ਉੱਥੇ ਨਹੀਂ ਪਹੁੰਚਿਆ। ਇਸੇ ਪ੍ਰਕਾਰ ਸਾਧ ਸੰਗਤ ਜੀ ਪਹਿਲਾਂ ਉੱਥੇ ਸਿੰਘ ਅਗਰਾਈ ਕਰਦੇ ਸਨ। ਵਰਸ 3 ਥੀ ਸਰਹੰਦ ਉਗਰਾਈ। ਸਿੰਘਾਂ ਨੇ 3 ਸਾਲ ਸਰਹੰਦ ਦੇ ਵਿੱਚ ਉਗਰਾਈ ਕੀਤੀ, ਭਾਵ ਰਾਜ ਕੀਤਾ ਹੈ। ਇਸ ਵਿਧੀ ਦੇ ਨਾਲ ਤੁਰਕਾਂ ਨੇ ਜਾ ਕਰਕੇ ਸਿੰਘਾਂ ਦੇ ਕੋਲੋਂ ਸਰਹੰਦ ਜਿਹੜੀ ਉਹ ਛੜਾ ਲਈ ਆ। ਛੜਾਈ ਤਾਂ ਧੋਖੇ ਨਾਲ ਹੀ ਹੈ ਨਾ, ਮਦਦ ਦੇ ਬਹਾਨੇ ਸਿੰਘਾਂ ਨੇ ਤਾਂ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘ ਇੱਥੋਂ ਕੱਢ ਲਏ ਬਾਹਰ। ਕੁਝ ਕੁ ਮੋਹਦਵਾਰ ਸਿੰਘ ਰੱਖੇ ਵੀ ਤੁਸੀਂ ਧਿਆਨ ਰੱਖਣਾ। ਸਿੰਘ ਲੈ ਕੇ ਉਹ ਪਰਬਤ ਦੇ ਇਲਾਕੇ ਵਿੱਚ ਚਲੇ ਗਏ। ਹੁਣ ਜਦੋਂ ਉਦੋਂ ਹਮਲਾ ਹੋਇਆ ਉਦੋਂ ਗਿਣਤੀ ਦੇ ਸਿੰਘ ਅੰਦਰ ਸਨ, ਤੇ ਮਜਬੂਰਨ ਸਿੰਘਾਂ ਨੂੰ ਸਰਹੰਦ ਛੱਡਣੀ ਪੈ ਗਈ ਹੈ। ਤੇ ਜਿਹੜੀ ਲੋਹਗੜ੍ਹ ਕਿਲ੍ਹਾ ਬਣਾਇਆ ਸੀ ਨਾ, ਵੈਸੇ ਸ਼ਬਦ ਆਇਆ ਲੋਹਗੜੀ, ਉਹ ਗੜੀ ਸੀ ਜਿਹੜੀ ਉਹਨਾਂ ਨੇ ਬਣਾਈ। ਤੇ ਲੋਹਗੜੀ ਦੇ ਵਿੱਚ ਜਾ ਕੇ ਸਿੰਘ ਆਕੀ ਹੋ ਗਏ, ਬਾਗੀ ਹੋ ਗਏ ਹਨ। ਇਸ ਪ੍ਰਕਾਰ ਜਿਹੜੀ ਬਹਾਦਰ ਸ਼ਾਹ ਦੀ ਫੌਜ ਪਹਿਲਾਂ ਸਰਹੰਦ ਵਿੱਚ ਪ੍ਰਵੇਸ਼ ਹੋ ਗਈ, ਤੇ ਇੱਥੋਂ ਫਿਰ ਉਹਨਾਂ ਨੇ ਅਗਾਂਹ ਨੂੰ ਆਪਣਾ ਰੁਖ ਕਰ ਲਿਆ, ਕਬਜ਼ਾ ਕਰ ਲਿਆ ਪੰਜਾਬ ਦੇ ਬਹਾਨੇ ਨਾਲ ਤੁਰਕਾਂ ਨੇ। ਤੇ ਸਿੰਘ ਜਿਹੜੇ ਸਨ ਹੁਣ
ਮੁਸੀਬਤ ਦੇ ਸਮੇਂ ਦੇ ਵਿੱਚ ਪੈ ਗਏ। ਗਿਣਤੀ ਬੜੀ ਥੋੜੀ ਸੀ ਕਿਲਿਆਂ ਦੇ ਵਿੱਚ ਸਿੰਘਾਂ ਦੀ। ਉਹਨਾਂ ਨੇ ਸੋਚਿਆ ਨਹੀਂ ਸੀ ਵੀ ਸਾਡੇ ਨਾਲ ਇਉਂ ਹੋ ਜਾਏਗਾ। ਸੋ ਸਾਧ ਸੰਗਤ ਜੀ, ਜਿਸ ਪ੍ਰਕਾਰ ਅੱਗੇ ਜਿਹੜੇ ਫਰਿਆਦੀ ਸਨ ਉਹ ਫਰਿਆਦ ਕਰਨਗੇ, ਤੇ ਬਾਬਾ ਬੰਦਾ ਸਿੰਘ ਬਹਾਦਰ, ਖੈਰ ਉਹ ਤਾਂ ਪਰਬਤੀ ਇਲਾਕੇ ਵਿੱਚ ਨੇ, ਤੇ ਬਹਾਦਰ ਸ਼ਾਹ ਲਾਹੌਰ ਜਾਏਗਾ। ਇੱਥੋਂ ਆਪਾਂ ਕਥਾ ਕੱਲ੍ਹ ਦੇ ਪ੍ਰਕਰਨਾਂ ਵਿੱਚ ਸਰਵਣ ਕਰਾਂਗੇ। ਬਹਾਦਰ ਸ਼ਾਹ ਦੀ ਮੌਤ ਵੀ ਲਾਹੌਰ ਵਿੱਚ ਹੀ ਹੋ ਗਈ ਸੀ, ਮਰ ਗਿਆ ਸੀ ਇੱਥੇ ਆ ਕੇ। ਉਸ ਤੋਂ ਬਾਅਦ ਜਹਾਂਦਾਰ ਸ਼ਾਹ ਉਹ ਤਖਤ ਦੇ ਉੱਤੇ ਬੈਠਾ। ਬਹਾਦਰ ਸ਼ਾਹ ਦਾ ਸਾਧ ਸੰਗਤ ਜੀ ਉਹ ਪੋਤਰਾ ਸੀਗਾ, ਜਿਹੜਾ ਵੱਡਾ ਪੁੱਤਰ ਸੀ ਨਾ ਅਜੀਮ ਸ਼ਾਨ ਬਹਾਦਰ ਸ਼ਾਹ ਦਾ, ਉਹਦਾ ਲੜਕਾ ਸੀਗਾ। ਤੇ ਉਸ ਤੋਂ ਬਾਅਦ ਫਿਰ ਜਿਹੜਾ ਫਰਖਸ਼ਰ ਬਾਦਸ਼ਾਹ ਸੀ ਉਹ ਤਖਤ 'ਤੇ ਬੈਠਾ। ਮਾਫ਼ ਕਰਨਾ, ਜਿਹੜਾ ਜਹਾਂਦਾਰ ਸੀ ਉਹ ਬਹਾਦਰ ਸ਼ਾਹ ਦਾ ਪੁੱਤਰ ਸੀਗਾ, ਫਰਖਸ਼ਰ ਉਹਦਾ ਭਤੀਜਾ ਸੀ। ਅਜ਼ੀਮ ਸ਼ਾਨ ਜਿਹੜਾ ਸੀ ਬਹਾਦਰ ਸ਼ਾਹ ਦਾ ਵੱਡਾ ਪੁੱਤਰ ਸੀ। ਜਹਾਂਦਾਰ ਜਿਹੜਾ ਉਹ ਛੋਟਾ ਪੁੱਤਰ ਸੀ। ਤੇ ਜਦੋਂ ਉਹ ਤਖਤ 'ਤੇ ਬਹਿ ਗਿਆ ਆਪਣੇ ਭਰਾ ਨੂੰ ਮਾਰ ਕੇ, ਇਹਨੇ 4 ਪੁੱਤਰ ਸਨ ਬਹਾਦਰ ਸ਼ਾਹ ਦੇ, ਤੇ 3 ਮਾਰ ਦਿੱਤੇ ਸਨ ਇਹਨੇ। ਤੇ ਜਿਹੜਾ ਅਜੀਮ ਸ਼ਾਨ ਦਾ ਪੁੱਤਰ ਉਹ ਫਰਖਸ਼ਰ ਸੀਗਾ, ਇਹਨੂੰ ਹੁਣ ਖਤਰਾ ਪੈਦਾ ਹੋ ਗਿਆ ਆਪਣੇ ਹੀ ਭਤੀਜੇ ਤੋਂ। ਇਹਨੂੰ ਪਤਾ ਲੱਗ ਗਿਆ ਵੀ ਮੇਰਾ ਭਤੀਜਾ ਜਿਹੜਾ ਮੈਨੂੰ ਮਾਰ ਕੇ ਮੇਰਾ ਰਾਜ ਭਾਗ ਜਿਹੜਾ ਹੈ ਉਹ ਖੋਹ ਲਏਗਾ, ਕਿਉਂਕਿ ਇਹਦੇ ਪਿਓ ਨੂੰ ਮਾਰਿਆ ਸੀ ਨਾ ਅਜੀਮ ਸ਼ਾਹ ਨੂੰ ਜਹਾਂਦਾਰ ਸ਼ਾਹ ਨੇ। ਪਰ ਉਹ ਬਹੁਤਾ ਸਮਾਂ ਰਾਜ ਨਹੀਂ ਕਰ ਸਕਿਆ, ਕਿਉਂਕਿ ਉਹਦੇ ਪਾਸ ਬਹੁਤਾ ਰਾਜ ਕਰਨ ਵਾਲਾ ਰੌਸ਼ਨ ਦਿਮਾਗ ਨਹੀਂ ਸੀ, ਢੰਗ ਨਹੀਂ ਸੀ ਰਾਜ ਕਰਨ ਦਾ। ਤੇ ਅਖੀਰ ਫਰਖਸ਼ਰ ਨੇ ਦਾ ਕਤਲ ਕੀਤਾ, ਤੇ ਕਤਲ ਕਰਕੇ ਉਹ ਤਖਤ 'ਤੇ ਬਹਿ ਗਿਆ। ਤੇ ਇਹ ਕਥਾ ਵੀ ਆਪਾਂ ਅਗਲੇ ਪ੍ਰਕਰਨਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ, ਮੋਹਿ ਮਇਆ ਧਾਰ, ਅੰਧਗੂਪ ਮਹਾ ਭਿਆਨ, ਨਾਨਕ ਪਾਰਿਓ ਤਾ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨੇ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।